ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਅਰਬਦ ਨਰਬਦ ਧੁੰਦੂਕਾਰਾ, ਧਰਨ ਗਗਨ ਹੁਕਮ ਅਪਾਰਾ। ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਈਂਦਾ। ਅਰਬਦ ਨਰਬਦ ਧੁੰਦੂਕਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੇ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੋਮ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਮਾਰੂ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਦਰਸ਼ਨ ਪਾਵਾ ਜੇ ਤੁਧ ਭਾਵਾ। ਇਹ ਪਰਮਾਤਮਾ ਜੇਕਰ ਤੈਨੂੰ ਭਾਹ ਜਾਈਏ ਤਾਂ ਤੇਰਾ ਦਰਸ਼ਨ ਦੀਦਾਰ ਪ੍ਰਾਪਤ ਕਰ ਸਕੀਦਾ ਹੈ। ਭਾਈ ਭਗਤ ਸਾਚੇ ਗੁਣ ਗਾਵਾ। ਅਤੇ ਤੇਰੀ ਪ੍ਰੇਮਾ ਭਗਤੀ ਕਰਕੇ ਤੇਰੇ ਸੱਚੇ ਗੁਣਾਂ ਨੂੰ ਗਾਇਨ ਕਰੀਦਾ ਹੈ। ਤੁਧ ਭਾਣੇ ਤੂੰ ਭਾਵਹਿ ਕਰਤੇ। ਇਹ ਰਚਨਹਾਰ ਪਰਮਾਤਮਾ ਜਿਨ੍ਹਾਂ ਨੂੰ ਤੂੰ ਚੰਗਾ ਲੱਗਦਾ ਹੈ ਉਹ ਤੈਨੂੰ ਭਾਉਂਦੇ ਚੰਗੇ ਲੱਗਦੇ ਹਨ। ਆਪੇ ਰਸਨ ਰਸਾਏ ਦਾ। ਤੂੰ ਆਪ ਹੀ ਉਹਨਾਂ ਦੀ ਰਸਨਾ ਨੂੰ ਆਪਣੇ ਪ੍ਰੇਮ ਰਸ ਵਿੱਚ ਰਸਾ ਦਿੰਦਾ ਹੈ। ਸੋਹਨ ਭਗਤ ਪ੍ਰਭੂ ਦਰਬਾਰੇ। ਹੇ ਪਰਮੇਸ਼ਰ ਤੇਰੇ ਸੱਚਖੰਡ ਜਾਂ ਸਤਸੰਗਤ ਰੂਪ ਦਰਬਾਰ ਵਿੱਚ ਤੇਰੇ ਸੇਵਕ ਜਨ ਸ਼ੋਭਦੇ ਹਨ, ਜਾਂ ਤੇਰੇ ਸਰੂਪ ਜਾਂ ਗਿਆਨ ਰੂਪੀ ਦਰਬਾਰ ਵਿੱਚ ਸਥਿਤ ਹੋ ਕੇ ਸ਼ੋਭਦੇ ਹਨ। ਮੁਕਤ ਭਏ ਹਰਦਾਸ ਤੁਮਾਰੇ। ਇਹ ਹਰੀ ਪ੍ਰਮਾਤਮਾ ਤੇਰੇ ਸੇਵਕ ਜਨ
ਸੰਸਾਰਕ ਬੰਧਨਾਂ ਤੋਂ ਮੁਕਤ ਹੋਏ ਹਨ। ਆਪ ਗਵਾਈ ਤੇਰਾ ਰੰਗ ਰਾਤੇ। ਉਹ ਸੇਵਕ ਆਪਾ ਭਾਵ ਹੰਕਾਰ ਗਵਾ ਕੇ ਤੇਰੇ ਪ੍ਰੇਮ ਦੇ ਵਿੱਚ ਰੰਗੇ ਰਹਿੰਦੇ ਹਨ। ਆਨੰਦਿਨ ਨਾਮ ਧਿਆਏ ਦਾ। ਅਤੇ ਰਾਤ ਦਿਨ ਉਹਨਾਂ ਦਾ ਮਨ ਤੇਰੇ ਨਾਮ ਨੂੰ ਧਿਆਉਂਦਾ ਰਹਿੰਦਾ ਹੈ। ਈਸ਼ਰ ਬ੍ਰਹਮਾ ਦੇਵੀ ਦੇਵਾ। ਇਹ ਸਮਰੱਥ ਪਰਮਾਤਮਾ ਸ਼ਿਵ ਜੀ, ਬ੍ਰਹਮਾ, ਅਨੰਤ ਦੇਵੀਆਂ ਅਤੇ ਦੇਵਤੇ। ਇੰਦਰ ਤਪੇ ਮੋਨ ਤੇਰੀ ਸੇਵਾ। ਇੰਦਰ, ਤਪੀਸ਼ਰ, ਰਿਸ਼ੀ ਮੁਨੀ ਆਦਿਕ ਸਭ ਤੇਰੀ ਹੀ ਭਗਤੀ ਰੂਪ ਸੇਵਾ ਟਹਿਲ ਕਰਦੇ ਹਨ। ਜਤੀ ਸਤੀ ਕੇਤੇ ਬਨਵਾਸੀ। ਜਤ ਧਾਰੀ, ਸਤਵਾਦੀ ਅਤੇ ਕਿਤਨੇ ਹੀ ਜੰਗਲਾਂ ਦੇ ਵਿੱਚ ਨਿਵਾਸ ਰੱਖਣ ਵਾਲੇ ਆਦਿਕ ਹਨ। ਅੰਤ ਨਾ ਕੋਈ ਪਾਏਦਾ। ਪਰ ਕੋਈ ਵੀ ਤੇਰਾ ਅੰਤ ਅਖੀਰ ਉਹ ਨਹੀਂ ਪਾ ਸਕਦਾ। ਬਿਨ ਜਾਣਾ ਏ ਕੋਈ ਨਾ ਜਾਣੈ। ਹੇ ਪਰਮਾਤਮਾ, ਸਤਿਗੁਰਾਂ ਦੁਆਰਾ ਤੇਰਾ ਸਰੂਪ ਜਨਾਉਣ ਤੋਂ ਬਿਨਾ ਆਪੇ ਕੋਈ ਵੀ ਤੇਰੇ ਤਾਈਂ ਜਾਣ ਨਹੀਂ ਸਕਦਾ। ਜੋ ਕਿਛ ਕਰੇ ਸੋ ਆਪਣ ਭਾਣੈ। ਤੂੰ ਜੋ ਕੁਝ ਵੀ ਕਰਦਾ ਹੈ ਉਹ ਆਪ ਦੇ ਹੁਕਮ ਦੇ ਅਨੁਸਾਰ ਹੀ ਕਰਦਾ ਹੈ। ਲੱਖ 84 ਜੀਉ ਪਾਏ। ਤੂੰ ਆਪ ਹੀ 84 ਲੱਖ ਜੂਨਾਂ ਦੇ ਜੀਵ ਪੈਦਾ ਕੀਤੇ ਹਨ। ਭਾਣੈ ਸਾਹ ਲਵਾਈ ਦਾ। ਤੂੰ ਆਪਣੇ ਹੁਕਮ ਅਨੁਸਾਰ ਹੀ ਜੀਵਨ ਨੂੰ ਸਵਾਸ ਲੈਣਾ ਕਰਾਉਂਦਾ ਹੈ। ਜੋ ਤਿਸ ਭਾਵੈ ਸੋ ਨਿਸ਼ਚਾ ਹੋਵੈ। ਜੋ ਤਿਸ ਆਪ ਜੀ ਨੂੰ ਭਾਉਂਦਾ ਹੈ ਉਹ ਨਿਸ਼ਚੈ ਕਰਕੇ ਜ਼ਰੂਰ ਬਰ ਜ਼ਰੂਰ ਹੁੰਦਾ ਹੈ। ਮਨ ਮੁਖ ਆਪ ਗਣਾਏ ਰੋਵੈ। ਪਰ ਮਨਮੁਖ ਪੁਰਖ ਆਪਣਾ ਆਪ ਜਣਾਉਂਦਾ ਹੈ, ਗਿਣਾਉਂਦਾ ਹੈ। ਇਸੇ ਕਰਕੇ ਅੰਧ ਨੂੰ ਉਹ ਰੋਂਦਾ ਹੈ। ਨਾਮ ਭੁੱਲਾ ਠੌਰ ਨਾ ਪਾਏ। ਉਹ ਤੇਰੇ ਨਾਮ ਤੋਂ ਭੁੱਲਾ ਹੋਇਆ ਲੋਕ ਪਰਲੋਕ ਦੇ ਵਿੱਚ ਅਸਥਿਤੀ ਥਾਂ ਨਹੀਂ ਪਾਉਂਦਾ। ਆਏ ਜਾਏ ਦੁੱਖ ਪਾਏ ਦਾ। ਇਸ ਲਈ ਉਹ ਜਨਮ ਧਾਰ ਕੇ ਆਉਂਦਾ ਅਤੇ ਮਰ ਕੇ ਜਾਂਦਾ ਹੋਇਆ ਦੁੱਖ ਪ੍ਰਾਪਤ ਕਰਦਾ ਹੈ। ਨਿਰਮਲ ਕਾਇਆ ਉਜਲ ਹੰਸਾ। ਜਿਸ ਪੁਰਖ ਦੀ ਬੁੱਧੀ ਰੂਪ ਦੇਹੀ ਵੀ ਮੈਲ ਤੋਂ ਰਹਿਤ ਪਵਿੱਤਰ ਅਤੇ ਜੀਵ ਆਤਮਾ ਵੀ ਪਵਿੱਤਰ ਹੈ। ਇਸ ਵਿੱਚ ਨਾਮ ਨਿਰੰਜਨ ਅੰਸਾ। ਤਿਸ ਪੁਰਖ ਦੇ ਹਿਰਦੇ ਵਿੱਚ ਸ਼ੁੱਧ ਸਰੂਪ ਪ੍ਰਭੂ ਦੇ ਨਾਮ ਦੀ ਅੰਸ਼ ਹੈ। ਭਾਵ ਉਸ ਦੇ ਹਿਰਦੇ ਅੰਦਰ ਨਾਮ ਕਰਕੇ ਸਰੂਪ ਦੀ ਸਖਿਆਤਤਾ ਹੋ ਗਈ ਹੈ। ਸਗਲੇ ਦੁਖ ਅੰਮ੍ਰਿਤ ਕਰ ਪੀਵੈ। ਉਹ ਗੁਰਮੁਖ ਸਾਰੇ ਕਸ਼ਟਾਂ ਨੂੰ ਅੰਮ੍ਰਿਤ ਸੁਖ ਰੂਪ ਕਰਕੇ ਪੀ ਲੈਂਦਾ ਹੈ, ਜਾਂ ਅੰਮ੍ਰਿਤ ਨਾਮ ਕਰਕੇ ਸਾਰੇ ਦੁੱਖਾਂ ਨੂੰ ਪੀ ਲੈਂਦਾ, ਭਾਵ ਨਾਸ਼ ਕਰ ਲੈਂਦਾ ਹੈ। ਬਾਹੁੜ ਦੁਖ ਨਾ ਪਾਈਦਾ। ਫਿਰ
ਜੰਮਣ ਮਰਨ ਆਦਿਕ ਦੁੱਖਾਂ ਨੂੰ ਪਾਉਣਾ ਨਹੀਂ ਕਰਦਾ। ਬਹੁ ਸਾਧਹੁ ਦੂਖ ਪ੍ਰਾਪਤ ਹੋਵੈ। ਬਹੁਤ ਸਾਰੇ ਵਿਸ਼ਿਆਂ ਆਦਿਕਾਂ ਦੇ ਸਵਾਦਾਂ ਕਰਕੇ ਦੁੱਖ ਹੀ ਪ੍ਰਾਪਤ ਹੁੰਦਾ ਹੈ। ਭੋਗਹੁ ਰੋਗ ਸੋ ਅੰਤ ਵਿਗੂਵੈ। ਭੋਗਾਂ ਕਰਕੇ ਰੋਗ ਚੰਬੜਦੇ ਨੇ, ਮਤਲਬ ਪ੍ਰਾਪਤ ਹੁੰਦੇ ਨੇ, ਅਤੇ ਅਖੀਰ ਨੂੰ ਉਹ ਭੋਗਾਂ ਦੀ ਇੱਛਾ ਮਨੁੱਖ ਨੂੰ ਖਰਾਬ ਕਰਦੀ ਹੈ। ਕਾਮ ਕ੍ਰੋਧ ਕਾਇਆ ਕੋ ਗੱਲ, ਜਿਉ ਕੰਚਨ ਸੁਹਾਗ ਢਲ। ਆਰਖੋ ਸੋਗ ਨਾ ਮਿਟਾਈ ਕਬਹੂ। ਦੁਨੀਆ ਦੀਆਂ ਖੁਸ਼ੀਆਂ ਤੋਂ ਪ੍ਰਾਪਤ ਹੋਏ ਗਮ ਜਾਂ ਪਦਾਰਥਾਂ ਦੀ ਪ੍ਰਾਪਤੀ ਤੋਂ ਖੁਸ਼ੀ ਅਤੇ ਵਿਛੋੜੇ ਤੋਂ ਗਮ ਆਦਿਕ ਕਦੇ ਵੀ ਨਹੀਂ ਮਿਟਦੇ। ਬਿਨ ਭਾਣੇ ਪਰਮਾਈ ਦਾ। ਇਉਂ ਜੀਵ ਪ੍ਰਭੂ ਦੇ ਹੁਕਮ ਮੰਨੇ ਤੋਂ ਬਿਨਾ ਅਨੇਕਾਂ ਜੂਨਾਂ ਦੇ ਵਿੱਚ ਭਟਕਾਇਆ ਜਾਂਦਾ ਹੈ। ਗਿਆਨ ਵਿਹੂਣੀ ਭਵੈ ਸਬਾਈ। ਪ੍ਰਭੂ ਗਿਆਨ ਤੋਂ ਖਾਲੀ ਸਾਰੀ ਸ੍ਰਿਸ਼ਟੀ ਪ੍ਰਭੂ ਦੇ ਗਿਆਨ ਤੋਂ ਵਿਅਰਥ ਹੀ ਭਟਕ ਰਹੀ ਹੈ। ਸਾਚਾ ਰਬ ਰਹਿਆ ਲਿਵ ਲਾਈ। ਜਿਸ ਨੇ ਪ੍ਰਭੂ ਨਾਮ ਦੇ ਵਿੱਚ ਆਪਣੀ ਬਿਰਤੀ ਲਾਈ ਹੈ, ਉਸ ਨੇ ਸੱਚਾ ਪਰਮਾਤਮਾ ਸਾਰੇ ਵਿਆਪਕ ਹੋ ਰਿਹਾ ਨਿਸ਼ਚੈ ਕੀਤਾ ਹੈ। ਜਾਂ ਜੋ ਸੱਚਾ ਪਰਮਾਤਮਾ ਸਾਰੇ ਵਿਆਪਕ ਹੋ ਰਿਹਾ ਹੈ, ਉਸ ਵਿੱਚ ਗੁਰਮੁਖ ਜਨਾਂ ਨੇ ਆਪਣੀ ਬਿਰਤੀ ਜੋੜਨਾ ਕੀਤੀ ਹੈ। ਨਿਰਭਉ ਸ਼ਬਦ ਗੁਰੂ ਸੱਚ ਜਾਤਾ। ਜਿਸ ਨੇ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਭੈ ਤੋਂ ਰਹਿਤ ਸੱਚੇ ਪਰਮਾਤਮਾ ਨੂੰ ਜਾਣ ਲਿਆ ਹੈ। ਜਾਂ ਜਿਸ ਨੇ ਗੁਰਾਂ ਦਾ ਸ਼ਬਦ ਜਾਣ ਲਿਆ ਹੈ, ਉਹ ਨਿਰਭੈ ਸਰੂਪ ਨੂੰ ਪ੍ਰਾਪਤ ਹੋਇਆ ਹੈ। ਜੋਤੀ ਜੋਤ ਮਿਲਾਈ ਦਾ। ਉਸ ਦੀ ਪਰਤਕ ਜੋਤ ਨੂੰ ਅਦਵੈਤ ਆਨੰਦ ਰੂਪ ਜੋਤੀ ਸਰੂਪ ਆਪਣੇ ਵਿੱਚ ਮੇਲ ਲੈਂਦਾ ਹੈ। ਟਲ ਅਡੋਲ ਤੋਲ ਮੁਰਾਰੇ। ਉਹ ਪਰਮਾਤਮਾ ਅਸਥਿਤ, ਟਲਣ ਤੋਂ ਰਹਿਤ, ਡੋਲਣ ਤੋਂ ਰਹਿਤ, ਤੋਲਣ ਤੋਂ ਰਹਿਤ, ਭਾਵ ਬੁੱਧ ਰੂਪ ਤਰਾਜੂ ਤਕੜੀ ਵਿੱਚ ਸ਼ਾਸਤਰ ਪ੍ਰਮਾਣ ਨੂੰ ਵਟੇ ਪਾ ਕੇ ਤੋਲਿਆ ਨਹੀਂ ਜਾ ਸਕਦਾ। ਮੋਹ ਆਦਿਕ ਦੇ ਅੰਧ ਨੂੰ ਨਾਸ਼ ਕਰਨ ਵਾਲਾ ਜਾਂ ਮੋਹ ਹੰਕਾਰ ਰੂਪ ਦੈਂਤਾਂ ਦਾ ਨਾਸ਼ ਕਰਨ ਵਾਲਾ ਹੈ। ਇਨ ਮਹਿ ਟਾਹੇ ਫੇਰੋ ਸਾਰੇ। ਇੱਕ ਖਿਨ ਛਿਨ ਵਿੱਚ ਹੀ ਰਚੇ ਹੋਏ ਸੰਸਾਰ ਨੂੰ ਢਾਹ ਦਿੰਦਾ, ਨਾਸ਼ ਕਰ ਦਿੰਦਾ ਹੈ ਅਤੇ ਮੁੜ ਪੈਦਾ ਕਰ ਦਿੰਦਾ ਹੈ। ਜਾਂ ਇੱਕ ਛਿਨ ਵਿੱਚ ਹੀ ਰਚੀ ਹੋਈ ਆਸੁਰੀ ਸੰਪਦਾ ਨੂੰ ਢਾਹ ਕੇ ਫਿਰ ਸ਼ੁਭ ਗੁਣਾਂ ਨੂੰ ਉਸਾਰ ਦਿੰਦਾ ਹੈ। ਰੂਪ ਨਾ ਰਿਖਿਆ ਮਿਤ ਨਹੀਂ ਕੀਮਤ। ਉਸ ਪ੍ਰਭੂ ਪਰਮਾਤਮਾ ਦਾ ਕੋਈ ਆਕਾਰ ਮਸ਼ਕਸ਼ ਰੂਪ ਲਕੀਰ ਨਹੀਂ ਹੈ। ਸ਼ਾਸਤਰਾਂ ਕਰਕੇ ਮਰਿਆਦਾ ਅਤੇ ਪ੍ਰਾਪਤੀ ਦੀ ਕੀਮਤ ਵੀ ਨਹੀਂ ਪਾਈ ਜਾਂਦੀ। ਸ਼ਬਦ ਭੇਦ ਪਤੀ ਆਈ ਦਾ। ਜੋ ਗੁਰਾਂ ਦੇ ਉਪਦੇਸ਼ ਦੁਆਰਾ ਮਨ ਨੂੰ ਵਿੰਨ ਲੈਂਦਾ ਹੈ, ਉਸ ਉੱਪਰ ਪ੍ਰਭੂ ਪਤੀਜਦਾ ਹੈ। ਹਮ ਦਾਸਨ ਕੇ ਦਾਸ ਪਿਆਰੇ। ਅਸੀਂ ਪਰਮਾਤਮਾ ਦੇ ਉਹਨਾਂ ਸੇਵਕਾਂ ਦੇ ਸੇਵਕ ਹਾਂ। ਸਾਧਕ ਸਾਚ ਭਲੇ ਵਿਚਾਰੇ। ਜੋ ਸਾਧਨਾ ਕਰਨ ਵਾਲੇ ਸੱਚੇ ਪ੍ਰਭੂ ਨੂੰ
ਭਲੀ ਪ੍ਰਕਾਰ ਵਿਚਾਰਦੇ ਹਨ। ਮੰਨੇ ਨਾਉ ਸੋਈ ਜਿਣ ਜਾਸੀ। ਜੋ ਵੀ ਪ੍ਰਭੂ ਦੇ ਨਾਮ ਦਾ ਮੰਨਣ ਕਰਦਾ ਹੈ ਉਹ ਸੰਸਾਰ ਤੋਂ ਮਨੁੱਖਾ ਜਨਮ ਦੀ ਬਾਜੀ ਨੂੰ ਜਿੱਤ ਕੇ ਜਾਂਦਾ ਹੈ। ਆਪੇ ਸਾਚ ਦ੍ਰਿੜਾਈ ਦਾ। ਉਸ ਨੂੰ ਪਰਮਾਤਮਾ ਆਪ ਹੀ ਆਪਣਾ ਸੱਚਾ ਨਾਮ ਦ੍ਰਿੜ ਕਰਵਾਉਂਦਾ ਹੈ। ਪੱਲੇ ਸਾਚ ਸੱਚੀ ਸਚਿਆਰਾ। ਜਿਸ ਦੇ ਹਿਰਦੇ ਰੂ ਪੱਲੇ ਵਿੱਚ ਸੱਚਾ ਵਾਹਿਗੁਰੂ ਨਾਮ ਹੈ ਉਹ ਸੱਚੇ ਸਤਿਗੁਰਾਂ ਦੀ ਉਪਦੇਸ਼ ਦੀ ਕਮਾਈ ਕਰਕੇ ਸੱਚ ਸਰੂਪ ਦੀ ਪ੍ਰਾਪਤੀ ਵਾਲਾ ਹੋਇਆ ਹੈ। ਜਾਂ ਉਹ ਇਸ ਲੋਕ ਵਿੱਚ ਵੀ ਸੱਚਾ ਹੈ ਅਤੇ ਪਰਲੋਕ ਵਿੱਚ ਸਚਿਆਈ ਦੇ ਜੀਵਨ ਵਾਲਾ ਹੈ। ਸਾਚੇ ਭਾਵੈ ਸ਼ਬਦ ਪਿਆਰਾ। ਜੋ ਗੁਰਾਂ ਦੇ ਉਪਦੇਸ਼ ਦਾ ਪਿਆਰਾ ਹੈ ਉਹ ਸੱਚੇ ਪ੍ਰਭੂ ਨੂੰ ਭਾ ਜਾਂਦਾ ਹੈ। ਤ੍ਰਿਭਾਵਨ ਸਾਚ ਕਲਾ ਧਰ ਥਾਪੀ। ਤਿੰਨੇ ਲੋਕਾਂ ਦੀ ਮਰਿਆਦਾ ਸੱਚੇ ਪ੍ਰਭੂ ਨੇ ਆਪਣੀ ਸ਼ਕਤੀ ਰੱਖ ਕੇ ਅਸਥਿਤ ਕੀਤੀ ਹੈ। ਸਾਚੇ ਹੀ ਪਤਿਆਈ ਦਾ। ਜੋ ਸੱਚੇ ਨਾਮ ਨੂੰ ਜਪਦੇ ਨੇ ਉਹਨਾਂ ਪਰ ਹੀ ਪ੍ਰਭੂ ਪਤੀਜਦਾ ਹੈ। ਵੱਡਾ ਵੱਡਾ ਆਖੈ ਸਭ ਕੋਈ। ਪਰਮਾਤਮਾ ਨੂੰ ਵੱਡਾ ਵੱਡਾ ਤਾਂ ਸਾਰੇ ਕੋਈ ਹੀ ਆਖੀ ਜਾਂਦੇ ਹਨ। ਗੁਰ ਬਿਨ ਸੋਝੀ ਕਿਨੈ ਨਾ ਹੋਈ। ਪਰ ਗੁਰੂ ਤੋਂ ਬਿਨਾ ਉਸ ਦੇ ਸਰੂਪ ਦੀ ਗਿਆਤ ਯਾਨੀ ਸਮਝ ਕਿਸੇ ਨੂੰ ਵੀ ਨਹੀਂ ਹੁੰਦੀ ਹੈ। ਸਾਚ ਮਿਲੈ ਸੋ ਸਾਚੇ ਭਾਈ। ਜੋ ਸੱਚ ਨਾਮ ਜਾਂ ਗੁਰਾਂ ਨਾਲ ਮਿਲਦਾ ਹੈ ਉਹ ਸੱਚੇ ਪ੍ਰਭੂ ਨੂੰ ਭਾ ਜਾਂਦਾ ਹੈ। ਨਾ ਵਿਛੜ ਦੁਖ ਪਾਈਦਾ। ਫਿਰ ਦੁਬਾਰਾ ਵਿਛੜ ਕੇ ਜੰਮਣ ਮਰਨ ਦਾ ਦੁੱਖ ਉਹ ਪ੍ਰਾਪਤ ਨਹੀਂ ਕਰਦਾ। ਤੁਰ ਹੋਵੇ ਛੁਨੇ ਤਾਹੀ ਰੁਨੇ। ਜੋ ਆਦ ਤੋਂ ਮੁੱਢ ਤੋਂ ਹੀ ਪ੍ਰਭੂ ਵੱਲੋਂ ਵਿਛੜੇ ਹੋਏ ਨੇ ਉਹ ਧਾਹਾਂ ਮਾਰ ਕੇ ਰੋਂਦੇ ਹਨ। ਮਾਰ ਮਾਰ ਜਨਮ ਹੈ ਮਹੁਲਤ ਪੁੰਨੇ। ਜਦੋਂ ਜ਼ਿੰਦਗੀ ਦਾ ਸਮਾਂ ਪੂਰਾ ਹੋ ਜਾਂਦਾ ਹੈ ਤਦੋਂ ਮੌਤ ਦੇ ਮਾਰੇ ਹੋਏ ਮਰਦੇ ਅਤੇ ਵਾਸ਼ਨਾ ਦੇ ਵਧੇ ਹੋਏ ਜੰਮਦੇ ਰਹਿੰਦੇ ਹਨ। ਜਿਸ ਬਖਸ਼ੀ ਤਿਸ ਦੀ ਵਡਿਆਈ। ਜਿਸ ਨੂੰ ਗੁਰੂ ਸਾਹਿਬ ਜੀ ਬਖਸ਼ ਲੈਂਦੇ ਨੇ ਤਿਸ ਨੂੰ ਬ੍ਰਹਮ ਵਿਦਿਆ ਦੀ ਸ਼ੋਭਾ ਦੇ ਦਿੰਦੇ ਹਨ। ਮੇਲ ਨਾ ਪਛੋਤਾਈ ਦਾ। ਉਸ ਨੂੰ ਪ੍ਰਭੂ ਆਪਣੇ ਸਰੂਪ ਦੇ ਵਿੱਚ ਮੇਲ ਲੈਂਦਾ ਹੈ ਫਿਰ ਉਹ ਕਿਸੇ ਪ੍ਰਕਾਰ ਦਾ ਪਛਤਾਪ ਨਹੀਂ ਕਰਦਾ। ਆਪੇ ਕਰਤਾ ਆਪੇ ਭੁਗਤਾ। ਪ੍ਰਭੂ ਆਪ ਹੀ ਸਾਰੇ ਜਗਤ ਦਾ ਰਚਨਹਾਰ ਹੈ। ਆਪ ਹੀ ਸਭ ਵਿੱਚ ਵਿਆਪਕ ਹੋ ਕੇ ਪਦਾਰਥਾਂ ਨੂੰ ਭੋਗਣ ਵਾਲਾ ਹੈ। ਸ੍ਰੀ ਰਾਗ ਮਹੱਲਾ ਪਹਿਲਾ। ਆਪੇ ਰਸੀਆ ਆਪ ਰਸ ਆਪੇ ਰਾਮਣ ਹਾਰ। ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ। ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰਹਾਉ। ਆਪੇ ਮਾਛੀ ਮਛਲੀ ਆਪੇ ਪਾਣੀ ਜਾਲ। ਆਪੇ ਜਾਲ ਮਨਕੜ ਆਪੇ ਅੰਦਰ ਲਾ। ਆਪੇ ਬਹੁ ਵਿਧ ਰੰਗੂਲਾ ਸਖੀਏ ਮੇਰਾ ਲਾਲ ਰਹਾਉ। ਇਉਂ ਆਪ ਹੀ ਕਰਤਾ ਤੇ ਆਪ ਹੀ ਭੋਗਣ ਵਾਲਾ ਭੋਗੀ ਹੈ। ਕਹੂੰ ਨਰ ਕਹੂੰ ਨਾਰ ਹੋ ਕਹੂੰ ਨਿਜ ਨਾਰ ਕਹੂੰ ਪਰ ਨਾਰ ਕੇ ਨਕੇਤ ਗੋ। ਵੇਖੋ ਗੁਰੂ ਗੋਬਿੰਦ ਸਿੰਘ ਦੀ ਦ੍ਰਿਸ਼ਟੀ।
ਮਤਲਬ ਜਿਹੜੇ ਚੌਥੇ ਨੰਬਰ ਕਰੈਤੀਏ ਨੇ ਉਹ ਪਰਮਾਤਮਾ, ਉਹ ਵੀ ਤੂੰ ਹੀ ਵਿੱਚ ਵਸ ਰਿਹਾ ਉਹਨਾਂ ਦੇ। ਕੈਸੀ ਦ੍ਰਿਸ਼ਟੀ ਹੈ, ਹੈਰਾਨੀ ਕੀ ਬਾਤ ਹੈ। ਗੁਰੂ ਮਹਾਰਾਜ ਵੇਖੋ, ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਬਖਾਣੀਐ। ਯਾਨੀ ਜਿਵੇਂ ਸੂਰਜ ਹੈ, ਗੰਦਲੇ ਪਾਣੀ 'ਚ ਗੰਦਲਾ ਦਿਖਦਾ ਤਾਂ ਹੈ, ਪਰ ਇਹ ਨਹੀਂ ਕਹਿ ਸਕਦੇ ਵੀ ਸੂਰਜ ਗੰਦਾ ਹੋ ਗਿਆ, ਉਹ ਤਾਂ ਉੱਥੇ ਹੈ ਆਕਾਸ਼ ਵਿੱਚ। ਇਉਂ ਜੇ ਵਾਹਿਗੁਰੂ ਸਭਨਾਂ 'ਚ ਵਸ ਰਿਹਾ ਹੈ, ਮਤਲਬ ਪਾਪੀ 'ਚ ਕੁਰੈਤੀਏ 'ਚ ਵੀ ਵਸ ਰਿਹਾ, ਤੇ ਪਰ ਇਹ ਥੋੜ੍ਹਾ ਵੀ ਉਹਨੂੰ ਉਹ ਪਾਪ ਦਾ ਲੇਪ ਲੱਗ ਗਿਆ ਜਾਂ ਉਹ ਗਲਤੀ ਵਾਲਾ ਹੋ ਗਿਆ। ਉਹ ਤਾਂ ਨਿਰਲੇਪ ਹੈ। ਜੀਵ ਆਪ ਦੇ ਕਰਮਾਂ ਦੀ ਸਜ਼ਾ ਜਿਹੜੇ ਸਰੀਰ ਕਰਕੇ ਕਰਦੇ ਉਹ ਆਪ ਭੋਗਦੇ ਨੇ। ਪਰਮਾਤਮਾ ਉਹ ਲਪਾਏ ਮਾਨਗੀ ਤੂੰ ਰਹਿਤ ਹੈ। ਆਪੀ ਤ੍ਰਿਪਤਾ ਆਪੀ ਮੁਕਤਾ। ਆਪ ਹੀ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਕੇ ਤ੍ਰਿਪਤ ਹੋ ਰਿਹਾ ਹੈ। ਆ ਜਿੰਨੀ ਜਨਤਾ ਲੈਂਡ ਛਕ ਰਹੀ ਹੈ, ਇਹ ਸਭ ਪਰਮਾਤਮਾ ਹੀ ਖਾ ਰਿਹਾ ਹੈ। ਸਭਨਾਂ ਵਿੱਚ ਖਾ ਕੇ ਫਿਰ ਉਹ ਆਪ ਹੀ ਤ੍ਰਿਪਤ ਹੋ ਜਾਂਦਾ। ਤ੍ਰਿਪਤ ਰੂਪ ਹੈ, ਆਪ ਹੀ ਮੁਕਤ ਕਲਿਆਣ ਸਰੂਪ ਹੈ। ਆਪੇ ਮੁਕਤ ਦਾਨ ਮੁਕਤੀ ਸਾਰ। ਪ੍ਰਭੂ ਆਪ ਹੀ ਮੁਕਤ ਸਰ ਸ਼ਹਿਰ ਬਣਿਆ ਹੋਇਆ ਹੈ। ਮੁਕਤ ਸਰ ਮੁਕਤੀ ਦਾ ਸਰੋਵਰ, ਜਿਹਦੇ ਤੋਂ ਸ਼ਹਿਰ ਦਾ ਨਾਮ ਪਿਆ। ਗੁਰਦੁਆਰਾ ਟੁੱਟੀ ਗੰਢੀ ਸਾਹਿਬ ਉਹ ਵੀ ਆਪ ਹੀ ਹੈ, ਬਣਾਉਣ ਵਾਲਾ ਵੀ ਆਪ ਹੀ ਹੈ। ਸਿੰਘਾਂ ਕੋਲ ਜੰਗ ਕਰਾ ਕੇ ਟੁੱਟੀ ਗੰਢਣ ਵਾਲਾ ਵੀ ਆਪ ਹੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਵੀ ਆਪ ਹੀ ਹੈ। ਆ ਮੁਕਤੀ ਦਾ ਸਰੋਵਰ ਲਾਇਆ ਹੋਇਆ ਹਰੇਕ ਸੈਕਟਰ ਵਿੱਚ ਗੁਰਦੁਆਰਾ ਸਾਹਿਬ ਹੈ। ਸਾਡੇ ਪਿੰਡ ਦੇ ਵਿੱਚ ਤਾਂ 3-4 ਹੋਣਗੇ, ਇੱਥੇ ਸੁਹਾਣੇ ਦੇ ਵਿੱਚ ਹੀ। ਜਿਹਨੂੰ ਦਸੀਏ ਉਹ ਪਿਛਲੇ ਗੁਰਦੁਆਰੇ ਉਤਰ ਜਾਂਦਾ, ਉਹਨੂੰ ਕਹੀਦਾ ਨਹੀਂ ਸ਼ਹੀਦਾਂ ਵਾਲੇ ਗੁਰਦੁਆਰੇ ਆਉਣਾ। ਮਤਲਬ ਸਾਰਾ ਸੁਹਾਣੇ ਦਾ ਹੀ ਗੁਰਦੁਆਰਾ ਵੱਜਦਾ, ਪਤਾ ਹੀ ਨਹੀਂ ਲੱਗਦਾ ਅਣਜਾਣ ਬੰਦੇ ਨੂੰ। ਇਹ ਸਰੋਵਰ ਹੀ ਤਾਂ ਲਾਇਆ ਹੋਇਆ ਹੈ। ਇੱਥੋਂ ਤੁਸੀਂ ਕਥਾ ਸੁਣ ਕੇ ਜਾਓਗੇ ਤੇ ਉੱਥੇ ਕਥਾ ਸ਼ੁਰੂ ਹੋ ਜਾਊਗੀ। ਇੰਨਾ ਕੁ ਟਾਈਮ ਦਾ ਫਰਕ ਹੈ। ਅੰਮ੍ਰਿਤ ਵੇਲੇ ਸਿਮਰਨ ਹੁੰਦਾ ਹੈ, ਫਿਰ ਆਸਾ ਦੀ ਵਾਰ, ਫਿਰ ਸ਼ਬਦ ਦੀ ਵਿਚਾਰ, ਗੁਰਦੁਆਰਾ ਕਾਲ ਆਸ਼ਰਮ। ਤਾਂ ਇਸੇ ਤਰ੍ਹਾਂ ਜਿੱਥੇ ਜਿੱਥੇ ਵੀ ਕੋਈ ਗੁਰੂ ਦਾ ਸਿੱਖ ਬੈਠਾ ਹੈ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਹੈ। ਜਿੱਥੇ ਪ੍ਰਕਾਸ਼ ਹੈ ਉੱਥੇ ਕਥਾ ਵੀ ਹੋਊਗੀ, ਕੀਰਤਨ ਵੀ ਹੋਊਗਾ, ਸਤ ਸੰਗਤ ਹੈ। ਇਹੀ ਮੁਕਤੀ ਦਾ ਸਰੋਵਰ ਹੈ। ਸਤਿਗੁਰੂ ਆਪ ਹੀ ਬਾਣੀ ਰੂਪ ਹੈ, ਆਪ ਹੀ ਮੁਕਤੀ ਦਾ ਸਰੋਵਰ ਸਤ ਸੰਗਤ ਰੂਪ ਹੈ। ਮਮਤਾ ਮੋਹ ਚੁਕਾਈ ਦਾ। ਅਤੇ ਆਪ ਹੀ ਜਗਿਆਸੂ ਜਨਾਂ ਨੂੰ ਮੁਕਤੀ ਦਾ ਦਾਨ ਦੇਣਾ ਕਰਦਾ, ਅਤੇ ਗੁਰਮੁਖਾਂ ਦੀ ਅੰਦਰੋਂ ਪਦਾਰਥਾਂ ਦੀ ਮੇਰ ਅਤੇ ਮੋਹ ਨੂੰ ਚੁਕਾ ਦਿੰਦਾ, ਨਿਵਰਤ ਕਰ ਦਿੰਦਾ ਹੈ। ਦਾਨਾ ਕੈ ਸਿਰ ਦਾਨ ਵਿਚਾਰਾ। ਹੇ ਭਾਈ, ਗੁਰਾਂ ਦੁਆਰਾ ਪ੍ਰਭੂ ਦੇ ਸਰੂਪ ਦੀ ਵਿਚਾਰ ਕਰਨੀ ਹੀ ਸਾਰੇ ਦਾਨਾਂ ਦੇ ਵਿੱਚੋਂ ਸ਼੍ਰੋਮਣੀ ਦਾਨ ਪ੍ਰਾਪਤ ਕਰਨਾ ਹੈ। ਜਾਂ ਮੁਕਤੀ ਦਾ ਦਾਨ ਸਭ ਦਾਨਾਂ ਵਿੱਚੋਂ ਸ੍ਰੇਸ਼ਟ ਦਾਨ ਹੈ। ਜਾਂ ਗੁਰਮੁਖਾਂ ਨੇ ਪ੍ਰਭੂ ਨੂੰ ਸਭ ਦਾਨੀਆਂ ਵਿੱਚੋਂ ਸ੍ਰੇਸ਼ਟ ਦਾਨੀ ਵਿਚਾਰਨਾ ਕੀਤਾ ਹੈ। ਜਾਂ ਹੰਕਾਰ ਰੂਪ ਸਿਰ ਦਾ ਦਾਨ ਦੇਣਾ ਹੀ ਸਭ ਤੋਂ ਸ੍ਰੇਸ਼ਟ ਦਾਨ ਵਿਚਾਰਨਾ ਕੀਤਾ ਹੈ। ਕਰਨ ਕਾਰਨ ਸਮਰੱਥ ਅਪਾਰਾ। ਪ੍ਰਭੂ ਆਪ ਹੀ ਸਭ ਕਾਰਜਾਂ ਦੇ ਕਰਨ ਵਾਲਾ, ਸਰਬ ਸ਼ਕਤੀਮਾਨ ਅਤੇ ਪਾਰਾਵਾਰ ਤੋਂ ਰਹਿਤ ਹੈ। ਕਰ ਕਰ ਵੇਖੈ ਕੀਤਾ ਆਪਣਾ। ਪ੍ਰਭੂ ਆਪ ਦਾ ਪੈਦਾ ਕੀਤਾ ਹੋਇਆ ਸੰਸਾਰ ਪਾਲਣਾ ਕਰਕੇ, ਰੋਜੀ ਆਦਿਕ ਦੇ ਕਰਕੇ ਵੇਖਣਾ ਕਰਦਾ ਹੈ। ਕਰਨੀ ਕਾਰ ਕਰਾਏ ਦਾ। ਆਪ ਹੀ ਗੁਰਮੁਖਾਂ ਕੋਲੋਂ ਕਰਨ ਯੋਗ ਭਗਤੀ ਦੀ ਕਾਰ ਕਰਵਾਉਣਾ ਕਰਦਾ ਹੈ। ਸਹੀ ਗੁਣ ਗਾਵਹਿ ਸਾਚੇ ਭਾਵਹਿ। ਹੇ ਸੱਚੇ ਪ੍ਰਭੂ, ਜੋ ਤੈਨੂੰ ਭਾ ਜਾਂਦੇ ਨੇ
ਉਹੀ ਤੇਰੇ ਗੁਣ ਗਾਉਂਦੇ ਹਨ। ਤੁਜ ਤੇ ਉਪਜਾ ਹੈ, ਤੁਜ ਮਾਹੀ ਸਮਾਵਹਿ। ਹੇ ਪ੍ਰਭੂ, ਉਹ ਤੇਰੇ ਸਰੂਪ ਤੋਂ ਹੀ ਪੈਦਾ ਹੋਏ ਨੇ ਅਤੇ ਤੇਰੇ ਸਰੂਪ ਵਿੱਚ ਹੀ ਸਮਾ ਜਾਂਦੇ, ਲੀਨ ਹੋ ਜਾਂਦੇ ਹਨ। ਨਾਨਕ ਸਾਚ ਕਹੈ ਬੇਨੰਤੀ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਹੇ ਪ੍ਰਭੂ, ਅਸੀਂ ਤੇਰੇ ਅੱਗੇ ਸੱਚੀ ਅਰਜ਼ੋਈ ਆਖਦੇ ਹਾਂ ਕਿ ਮਿਲ ਸਾਚੇ ਸੁਖ ਪਾਈਦਾ। ਜੋ ਤੇਰੇ ਸੱਚੇ ਨਾਮ ਦੇ ਵਿੱਚ ਮਿਲੇ ਨੇ ਉਹ ਮਿਲ ਕੇ ਹੀ ਤੇਰੇ ਸੁਖ ਸਰੂਪ ਨੂੰ ਪਾਉਂਦੇ ਨੇ। ਸੱਚੇ ਨਾਮ 'ਚ ਮਿਲ ਕੇ ਹੀ ਤੇਰੇ ਸੁਖ ਸਰੂਪ ਨੂੰ ਪਾਈਦਾ ਹੈ। ਮਾਰੂ ਮਹਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਾਰੂ ਰਾਗ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਹਨ। ਹਰ ਬਦ ਨਰ ਬਦ ਧੁੰਧੂਕਾਰਾ। ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਜੀ ਪਹਿਲਾਂ ਮਹਾਂਪਰਲੋ ਦਾ ਜ਼ਿਕਰ ਕਰਦੇ ਨੇ, ਉਸ ਤੋਂ ਬਾਅਦ ਉਤਪਤੀ ਕਰਨ ਦੇ ਬਾਰੇ ਕਥਨ ਕਰਨਗੇ। ਅਰਬਦ ਨਰਬਦ ਧੁੰਧੂਕਾਰਾ। ਮਹਾਂਪਰਲੋ ਦੇ ਸਮੇਂ ਵਿੱਚ ਜਗਤ ਰਚਨਾ ਤੋਂ ਪਹਿਲਾਂ ਅਰਬਦ ਅਰਬ ਗਿਣਤੀ ਅਤੇ ਨਰਬਦ ਅਰਬ ਗਿਣਤੀ ਤੋਂ ਰਹਿਤ, ਭਾਵ ਜੋ ਗਿਣਤੀ ਤੋਂ ਅਣਗਿਣਤ ਸਮਾਂ ਗੁਜ਼ਰਿਆ ਸੀ, ਕੋਈ ਉਹਦੇ ਬਾਰੇ ਕਹਿ ਨਹੀਂ ਸਕਦਾ। ਉਸ ਸਮੇਂ ਧੁੰਧੂਕਾਰਾ ਘੁੱਪ ਹਨੇਰਾ ਹੀ ਹਨੇਰਾ ਸੀ। ਮਹਾਂਪਰਲੋ ਦੇ ਸਮੇਂ ਸਾਧ ਸੰਗਤ ਜੀਓ, ਪਰਲੋ 5 ਪ੍ਰਕਾਰ ਦੀ ਹੁੰਦੀ ਹੈ। ਕਈ ਵਿਦਵਾਨਾਂ ਨੇ 4 ਪ੍ਰਕਾਰ ਦੀ ਵੀ ਮੰਨੀ ਹੈ, ਪਰ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੇ ਕਥਾ ਦੇ ਵਿੱਚ ਬਚਨ ਕੀਤੇ ਨੇ ਕਿ ਪਰਲੋ 5 ਪ੍ਰਕਾਰ ਦੀ ਹੁੰਦੀ ਹੈ। ਇੱਕ ਹੈ ਨਿਤ ਪਰਲੋ, ਦੂਜੀ ਹੈ ਨਿਮਿਤ ਪਰਲੋ, ਤੀਸਰੀ ਹੈ ਅਮੰਤਰ ਪ੍ਰਕਿਰਤ ਪਰਲੋ, ਚੌਥੀ ਹੈ ਮਹਾਂਪਰਲੋ ਤੇ ਪੰਜਵੀਂ ਹੈ ਗਿਆਨ ਪਰਲੋ। ਨਿਤ ਪਰਲੋ, ਜਦੋਂ ਅਸੀਂ ਸੌਂ ਜਾਂਦੇ ਹਾਂ ਉਸ ਵੇਲੇ ਸਾਨੂੰ ਕੋਈ ਵੀ ਸੁਰਤ ਨਹੀਂ ਹੁੰਦੀ, ਭਾਵੇਂ ਸਾਡੀ ਕੋਈ ਵਸਤੂ ਚੁੱਕ ਕੇ ਲੈ ਜਾਏ, ਤੇ ਉਹਨੂੰ ਨਿਤ ਪਰਲੋ ਭਾਵ ਨਿਤ ਦੀ ਪਰਲੋ ਕਹਿੰਦੇ ਨੇ। ਦੂਜੀ ਹੈ ਨਿਮਿਤ ਪਰਲੋ, ਜੋ ਉਮਰ ਇਸ ਜੀਵ ਨੂੰ ਕਰਤੇ ਨੇ ਦਿੱਤੀ ਹੈ, ਜਦ ਪ੍ਰਾਲਬਧ ਪੂਰੀ ਹੋ ਜਾਏ ਉਸ ਪ੍ਰਾਲਬਧ ਨੂੰ ਭੋਗ ਕੇ ਜੀਵ ਸਰੀਰ ਛੱਡਦਾ, ਭਾਵ ਮੌਤ ਆ ਜਾਂਦੀ ਹੈ, ਉਸ ਨੂੰ ਨਿਮਿਤ ਪਰਲੋ ਕਹਿੰਦੇ ਨੇ। ਜੇ ਬੰਦਾ ਆਪ ਹੀ ਮਰ ਗਿਆ ਉਹਦੇ ਭਾਣੇ ਸਾਰੇ ਮਰ ਗਏ, ਉਹਦੇ ਭਾਣੇ ਪਰਲੋ ਹੀ ਹੋ ਗਈ, ਬੰਦਾ ਹੀ ਜਿਉਂਦਾ ਨਹੀਂ ਰਿਹਾ, ਪਰਲੋ ਹੀ ਹੈ। ਫਿਰ ਤੀਸਰੀ ਹੈ ਅਮੰਤਰ ਪ੍ਰਕਿਰਤਕ ਪਰਲੋ। ਜਦੋਂ ਬ੍ਰਹਮਾ ਜੀ ਦਾ ਦਿਨ ਗੁਜ਼ਰ ਜਾਂਦਾ ਹੈ, ਬ੍ਰਹਮਾ ਰਾਤ ਨੂੰ ਸੌਂ ਜਾਂਦਾ ਹੈ, ਉਸ ਵੇਲੇ ਕਦੇ ਪਾਣੀ ਦੀ ਪਰਲੋ, ਕਦੇ ਅਗਨੀ ਦੀ ਪਰਲੋ ਆਦਿ ਇਹਨਾਂ ਤੱਤਾਂ ਦੀ ਪਰਲੋ ਹੁੰਦੀ ਹੈ। ਦਿਨ ਚੜ੍ਹੇ ਤੋਂ ਬ੍ਰਹਮਾ ਜਗਤ ਦੀ ਰਚਨਾ ਕਰਨ ਲੱਗ ਜਾਂਦਾ ਅਤੇ ਸੌਣ ਤੋਂ ਬਾਅਦ ਪਰਲੋ ਆ ਜਾਂਦੀ ਹੈ, ਮਤਲਬ ਉਹਦਾ ਦਿਨ ਅਤੇ ਰਾਤ ਹੀ ਇੰਨਾ ਵੱਡਾ ਬਣ ਜਾਂਦਾ। ਇਹ ਪ੍ਰਕਿਰਤ ਅਮੰਤਰ ਪਰਲੋ ਕਹਾਉਂਦੀ ਹੈ। ਜਾਂ ਜਿਸ ਸਮੇਂ ਮਾਤਲੋਕ ਦੇ ਸਾਰੇ ਜੀਵ ਜੰਤ ਖਤਮ ਹੋ ਜਾਣ ਅਤੇ ਬ੍ਰਹਮਪੁਰੀ, ਵਿਸ਼ਨਪੁਰੀ, ਸ਼ਿਵਪੁਰੀ ਅਤੇ ਇੰਦਰਪੁਰੀ ਆਦਿਕ ਲੋਕ ਕਾਇਮ ਰਹਿਣ, ਧਰਤੀ 'ਤੇ ਜਲ ਹੀ ਜਲ ਹੋ ਜਾਂਦਾ, ਉਸ ਨੂੰ ਅਮੰਤਰ ਪਰਲੋ ਕਹਿੰਦੇ ਨੇ। ਜਿਸ ਸਮੇਂ ਪ੍ਰਕਿਰਤ ਪਰਲੋ ਹੋਈ ਤਾਂ ਸਾਰੇ ਜਲ ਹੋ ਗਿਆ ਸੀ। ਇੱਕ ਮਾਰਕੰਡਾ ਰਿਖੀ ਜਲ ਉੱਤੇ ਤਰਦਾ ਜਾ ਰਿਹਾ ਸੀ। ਜਦੋਂ ਇਹ ਤਰਦਾ ਤਰਦਾ ਪ੍ਰਯਾਗਰਾਜ ਪਹੁੰਚਿਆ, ਉੱਥੇ ਇੱਕ ਵਟ ਹੈ, ਮਤਲਬ ਬੋਹੜ ਦਾ ਬ੍ਰਿਕਸ਼, ਉਸ ਉੱਤੇ ਬਾਲਾ ਪ੍ਰੀਤਮ ਬੈਠਾ ਇਸ ਕੌਤਕ ਨੂੰ ਵੇਖ ਰਿਹਾ ਸੀ। ਬਾਲਾ ਪ੍ਰੀਤਮ ਮੀਨਿੰਗ ਪਰਮਾਤਮਾ, ਛੋਟਾ ਜਿਹਾ ਬੱਚਾ, ਉਹ ਜੋ ਮਰਜ਼ੀ ਬਣ ਜਾਏ, ਉਹਦੀ ਮੌਜ ਹੈ।
ਉਸ ਸਮੇਂ ਵੱਟ ਨਾਲ ਮਾਰਕੰਡਾ ਰਿਖੀ ਵੀ ਜਾ ਲੱਗਾ ਤੇ ਨਿੱਕੇ ਬਾਲਕ ਨੂੰ ਬ੍ਰਿਕਸ਼ ਤੇ ਬੈਠਾ ਵੇਖ ਕੇ ਮਾਰਕੰਡੇ ਨੇ ਪੁੱਛਿਆ ਕਿ ਤੂੰ ਕੌਣ ਹੈ, ਇੱਥੇ ਬੈਠਾ ਕੀ ਵੇਖਦਾ ਹੈ? ਤਾਂ ਉਸ ਬਾਲਕ ਨੇ ਕਿਹਾ ਕਿ ਮੈਂ ਈਸ਼ਵਰ ਹਾਂ। ਈਸ਼ਵਰ ਹੁਣ ਬਾਲਾ ਪ੍ਰੀਤਮ ਰੂਪ ਧਾਰ ਕੇ ਇਸ ਪ੍ਰਕਿਰਤਕ ਪਰਲੋ ਨੂੰ ਵੇਖ ਕੇ ਖੁਸ਼ ਹੋ ਰਿਹਾ ਹਾਂ। ਜਦੋਂ ਇਹ ਜਲ ਮੁੱਕੇਗਾ ਫਿਰ ਮੈਂ ਸ੍ਰਿਸ਼ਟੀ ਨੂੰ ਰਚਾਂਗਾ। ਸੋ ਇਸ ਤਰ੍ਹਾਂ ਪ੍ਰਕਿਰਤਕ ਪਰਲੋ ਕਥਨ ਕੀਤੀ ਹੈ। ਚੌਥੀ ਹੈ ਮਹਾਂਪਰਲੋ। ਜਦੋਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤਿੰਨਾਂ ਦੀਆਂ ਉਮਰਾਂ ਪੂਰੀਆਂ ਹੋ ਜਾਂਦੀਆਂ ਨੇ, ਸਾਰੇ ਜੀਵਾਂ ਦੇ ਕੀਤੇ ਹੋਏ ਕਰਮ ਫਲ ਦੇਣ ਨੂੰ ਸ਼ਾਂਤ ਹੋ ਜਾਂਦੇ ਨੇ ਅਤੇ ਸਾਰੇ ਜੀਵ ਧਰਤੀ ਉੱਪਰੋਂ ਨਾਸ਼ ਹੋ ਜਾਂਦੇ ਨੇ। ਧਰਤੀ ਪਾਣੀ 'ਚ ਮਿਲ ਜਾਂਦੀ ਹੈ, ਪਾਣੀ ਅੱਗ ਵਿੱਚ ਮਿਕਸ ਹੋ ਜਾਂਦਾ, ਅੱਗ ਹਵਾ ਵਿੱਚ ਅਤੇ ਹਵਾ ਆਕਾਸ਼ ਵਿੱਚ ਅਤੇ ਆਕਾਸ਼ ਮਾਇਆ ਵਿੱਚ, ਅਤੇ ਮਾਇਆ ਨਿੱਕੀ ਜਿਹੀ ਇੱਕ ਬਿੰਦੀ ਜਿਹੀ ਬਣ ਕੇ ਸੂਖਮ ਰੂਪ ਹੋ ਕੇ ਅੰਤ ਨੂੰ ਬ੍ਰਹਮ ਦੇ ਵਿੱਚ ਲੀਨ ਹੋ ਜਾਂਦੀ ਹੈ। ਜਿਵੇਂ ਕੋਈ ਮਦਾਰੀ ਖੇਡਾਂ ਖੂਡਾਂ ਦਿਖਾ ਕੇ ਤਮਾਸ਼ਾ ਤਮੂਸ਼ਾ ਦਿਖਾ ਕੇ ਜਦੋਂ ਨਿਆਣੇ 5 10 ਸੁੱਟਣ ਰੁਪਈਆ ਧੇਲੀ, ਉਦੋਂ ਆਪਦੀ ਸਾਰੀ ਟਿੰਡ ਫੋੜੀ ਉਹ ਝੋਲੀ ਜੀ 'ਚ ਪਾ ਕੇ ਮੋਢੇ 'ਤੇ ਰੱਖ ਕੇ ਅਤੇ ਡੰਡਾ ਫੜ ਕੇ ਚੱਲਦਾ ਲੱਗਦਾ। ਇੰਝ ਅੰਤਰਜਾਮੀ ਸਾਰੀ ਖੇਡ ਰਚ ਕੇ ਦੇਖਣ ਆਇਓ ਜਗਤ ਤਮਾਸ਼ਾ, ਫਿਰ ਆ ਵੀ ਉਹਨੂੰ ਸਮੇਟ ਕੇ ਸਾਰੀ ਸ੍ਰਿਸ਼ਟੀ ਦੀ ਰਚਨਾ ਰੂਪ ਚੀਜ਼ਾਂ ਨੂੰ ਆਪਣੀ ਇੱਛਾ ਰੂਪ ਝੋਲੀ 'ਚ ਪਾ ਕੇ ਅਤੇ ਚੱਲਦਾ ਲੱਗਦਾ। ਕੇਵਲ ਇੱਕ ਪਰਮਾਤਮਾ ਹੀ ਰਹਿ ਜਾਂਦਾ, ਉਹਦੇ ਤੋਂ ਬਗੈਰ ਹੋਰ ਕੋਈ ਦੂਜਾ ਨਹੀਂ ਹੁੰਦਾ। ਇਹਨੂੰ ਮਹਾਂਪਰਲੋ ਕਹਿੰਦੇ ਨੇ। ਜਿਸ ਪ੍ਰਕਾਰ ਕਰਤੇ ਪੁਰਖ ਨੇ ਮਨੁੱਖਾਂ ਦੀਆਂ ਉਮਰਾਂ ਲਿਖੀਆਂ ਨੇ, ਉਸੇ ਤਰ੍ਹਾਂ ਬ੍ਰਹਮਾ ਆਦਿਕ ਸਭ ਦੇਵਤਿਆਂ ਦੀਆਂ ਉਮਰਾਂ ਵੀ ਲਿਖੀਆਂ ਨੇ। ਬ੍ਰਹਮਾ ਜੋ ਕਿ ਜਨਮ 'ਤੇ ਪ੍ਰਗਟ ਹੋਏ ਸੰਸਾਰ ਅਧਿਆਤਮ ਪ੍ਰਕਾਸ਼ ਕਰਤਾ ਭਾਈ ਪੰਡਿਤ ਸੁਖਦੇਵ ਸਿੰਘ ਜੀ। ਬ੍ਰਹਮਾ ਜੋ ਕਿ ਜਨਮ 'ਤੇ ਪ੍ਰਗਟ ਹੋਏ ਸੰਸਾਰ ਮਹਾਂਪਰਲੈ ਹਵੈ ਮਰਨ ਤੇ ਇਹ ਬਾਤ ਨਿਰਤਾਰ। ਬ੍ਰਹਮਾ ਦੇ ਇੱਕ ਦਿਨ ਨੂੰ ਕਲਪ ਕਹਿੰਦੇ ਨੇ। ਬ੍ਰਹਮਾ ਦੇ ਇੱਕ ਦਿਨ ਵਿੱਚ 14 ਇੰਦਰ ਰਾਜ ਕਰਕੇ ਖਤਮ ਹੋ ਜਾਂਦੇ, ਮੰਨਦੇ ਹੋ? ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਉਹ 12ਵੀਂ ਵਾਰ ਦੀ 10ਵੀਂ ਪੌੜੀ ਜ਼ਿਕਰ ਕਰਦੇ ਨੇ। 14 ਇੰਦਰ ਵਿਨਾਸ਼ ਗਾਲ ਬ੍ਰਹਮੇ ਦਾ ਇੱਕ ਦਿਵਸ ਵਿਹਾਵੈ। ਅਸੀਂ ਜੋ ਵੀ ਗੱਲ ਤੁਹਾਡੇ ਨਾਲ ਕਰਾਂਗੇ ਨਾਲ ਪ੍ਰਮਾਣ ਦਿਆਂਗੇ, ਅਤੇ ਜਿਹਨੇ ਪ੍ਰਮਾਣ ਰਚਿਆ ਉਹਦਾ ਨਾਮ ਦੱਸਾਂਗੇ। ਆਪਣੇ ਕੋਲੋਂ ਕੋਈ ਗੱਲ ਤੁਹਾਨੂੰ ਨਹੀਂ ਸੁਣਾ ਕੇ ਜਾਵਾਂਗੇ, ਕਿਉਂਕਿ ਇਹ ਜਿਹੜੀ ਕਥਾ ਹੈ ਇਹ ਗੁਰਬਾਣੀ ਦੀ ਹੈ, ਇਹ 'ਚ ਝੂਠ ਨਹੀਂ ਬੋਲਿਆ ਜਾਂਦਾ। ਆਪਣੇ ਵੱਲੋਂ ਕੋਈ ਵਿਚਾਰ ਪੇਸ਼ ਨਹੀਂ ਕੀਤੀ ਜਾਂਦੀ। ਬਾਣੀ ਦੀ ਕਥਾ ਨੂੰ ਗੁਰਬਾਣੀ ਦੇ ਆਧਾਰਿਤ ਹੀ ਪੰਕਤੀਆਂ ਨਾਲ ਸਪਸ਼ਟ ਕੀਤਾ ਜਾਂਦਾ। ਜਾਂ ਭਾਈ ਗੁਰਦਾਸ ਜੀ ਮੰਨੇ ਪਰਮੰਨੇ ਨੇ, ਕਹਿੰਦੇ 14 ਇੰਦਰ ਵਿਨਾਸ਼ ਕਾਲ ਬ੍ਰਹਮੇ ਦਾ ਇੱਕ ਦਿਵਸ ਵਿਹਾਵੈ ਧੰਦੇ ਹੀ ਬ੍ਰਹਮਾ ਮਿਰੈ ਲੋਮਸ ਦਾ ਇੱਕ ਰੋਮ ਸਜਾਵੈ। ਇਹ ਦੁਨੀਆ ਦੇ ਰਚਨ ਦੇ ਪਰਲੋ ਦੇ ਧੰਦੇ 'ਚ ਹੀ ਬ੍ਰਹਮਾ ਮਰ ਮੁਰ ਜਾਂਦਾ। ਜਦੋਂ ਬ੍ਰਹਮਾ ਉਮਰ ਭੋਗ ਕੇ ਮਰ ਜਾਏ ਤਾਂ ਲੋਮਸ ਰਿਖੀ ਦਾ ਇੱਕ ਰੋਮ ਛਿਜਦਾ ਹੈ। ਵੇਖੋ ਏਡੇ ਏਡੇ ਵੱਡੇ ਰਿਖੀ ਰੱਬ ਨੇ ਬਣਾਏ ਨੇ। ਬ੍ਰਹਮਾ ਹੀ ਕੇ ਦਿਵਸ ਕੋ ਕਲਪ ਕਹੋ ਸਬਤਾਤ। ਬ੍ਰਹਮਾ ਦੇ ਦਿਨ ਨੂੰ ਕਲਪ ਕਹਿੰਦੇ ਨੇ। ਜਾਮੈ 14 ਇੰਦਰ ਹਵੈ ਰਾਜ ਕਰਤ ਮਿਟ ਜਾਤ। ਅਧਿਆਤਮ ਪ੍ਰਕਾਸ਼ ਪੰਡਿਤ ਸੁਖਦੇਵ ਸਿੰਘ ਜੀ। ਸੋ ਜਿਸ ਸਮੇਂ ਨਾ ਪੰਜ ਤੱਤ, ਨਾ ਹੀ ਸੂਖਮ ਤੱਤ, ਅਤੇ ਨਾ ਹੀ ਕੋਈ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕ ਹੁੰਦੇ ਨੇ, ਉਹਨੂੰ ਮਹਾਂਪਰਲੋ ਕਹਿੰਦੇ ਨੇ। ਗੁਰਬਾਣੀ ਦਾ ਵੀ ਫੈਸਲਾ, ਬ੍ਰਹਮਾ ਵਿਸ਼ਨੂੰ ਮਹੇਸ਼ ਨ ਗੋਈ ਅਵਰ ਨ ਦਿਸੈ ਕੋ ਸੋਈ। ਉਹ ਪਤ ਪਰਲੋ ਸਪ੍ਰਭ ਤੇ ਹੋਵੈ ਇਹ ਵਿਚਾਰੀ ਹਰ ਜਨੀ। ਇਹ ਤਾਂ ਹੋ ਗਈ ਦੁਨੀਆ ਦੀ ਪਰਲੋ 4 ਪ੍ਰਕਾਰ ਦੀ। ਹੁਣ ਬ੍ਰਹਮ ਗਿਆਨ ਦੀ ਪਰਲੋ ਬਾਰੇ ਤੁਹਾਡੇ ਨਾਲ ਕਥਨ ਕਰਦੇ ਹਾਂ। ਜਿਹੜੀ 5ਵੀਂ ਹੈ ਉਹ ਹੈ ਬ੍ਰਹਮ ਗਿਆਨ ਦੀ ਪਰਲੋ। ਪਹਿਲੀ ਵਿਦਵਤਾ ਵਾਲੀਆਂ ਪਰਲੋ ਜੋ ਗ੍ਰੰਥਾਂ 'ਚ ਲਿਖੀਆਂ ਉਹਦੇ ਬਾਰੇ ਤੁਹਾਡੇ ਨਾਲ ਵਿਚਾਰਸ ਦੀ ਸਾਂਝ ਪਾਈ ਹੈ। ਇਹ ਜਿਹੜੀ ਗਿਆਨ ਦੀ ਪਰਲੋ ਹੈ ਇਹ ਵਿਦਵਾਨਾਂ ਨੂੰ ਨਹੀਂ ਪਤਾ ਹੈ, ਮਤਲਬ ਜਿਹਨੂੰ ਖੁਦ ਆਪ ਹੀ ਗਿਆਨ ਨਹੀਂ। ਬ੍ਰਹਮ ਗਿਆਨ ਦੀ ਪਰਲੋ ਜਿਸ ਅਵਿਦਿਆ ਕਰਕੇ ਸਾਰਾ ਸੰਸਾਰ ਬਣਿਆ ਹੋਇਆ ਹੈ, ਸਾਰੇ ਬ੍ਰਹਮ ਗਿਆਨ ਕਰਕੇ ਪਰਲੋ ਹੋ ਜਾਣੀ ਹੈ। ਕੇਵਲ ਇੱਕ ਅਦਵੈਤ ਰੂਪ ਨੂੰ ਦੇਖ ਲੈਣਾ ਹੈ, ਉਸ ਨੂੰ
ਗਿਆਨ ਪਰਲੋ ਕਹਿੰਦੇ ਨੇ। ਤੋ ਇੰਜ ਸਤਿਗੁਰੂ ਜੀ ਮਹਾਰਾਜ ਪਹਿਲੇ ਪਾਤਸ਼ਾਹ ਇਹ ਪਰਲੋਆਂ ਬਾਰੇ ਤੇ ਉਤਪਤੀ ਬਾਰੇ ਬੜੇ ਹੀ ਵਿਸਥਾਰ ਪੂਰਵਕ 16 ਸ਼ਬਦ ਦੇ ਵਿੱਚ ਵਿਚਾਰ ਪੇਸ਼ ਕਰ ਰਹੇ ਹਨ। ਬਾਦ ਨਰਬਾਦ ਧੁੰਧੂਕਾਰਾ। ਅਰਬਦ ਅਰਬ ਗਿਣਤੀ ਤੇ ਨਰਬਦ ਅਰਬ ਗਿਣਤੀ ਤੋਂ ਰਹਿਤ, ਜੋ ਗਿਣਤੀ ਤੋਂ ਅਣਗਿਣਤ ਸਮਾਂ ਗੁਜ਼ਰਿਆ ਸੀ, ਉਹ ਜਗਤ ਰਚਨਾ ਤੋਂ ਪਹਿਲਾਂ ਮਹਾਪਰਲੋ ਦੇ ਸਮੇਂ ਵਿੱਚ ਕੁੱਪ ਹਨੇਰਾ ਸੀ। ਪਹਿਲਾਂ ਵੀ ਸ਼ਬਦ ਵਿੱਚ ਆਇਆ ਹੈ, ਕੇਤੇ ਜੁਗ ਵਰਤੇ ਗੁਬਾਰੈ, ਤਾੜੀ ਲਾਈ ਅਪਰ ਅਪਾਰੈ, ਧੁੰਦੂਕਾਰ ਨਿਰਾਲਮ ਬੈਠਾ, ਨਾ ਤਦ ਧੰਦ ਪਸਾਰਾ ਹੈ। ਧਾਰਨ ਨਾ ਗਗਨਾ ਹੁਕਮ ਅਪਾਰਾ। ਬੇਅੰਤ ਪ੍ਰਭੂ ਦਾ ਉਸ ਸਮੇਂ ਇਹੀ ਹੁਕਮ ਸੀ। ਉਸ ਸਮੇਂ ਨਾ ਹੀ ਧਰਤੀ ਤੇ ਨਾ ਹੀ ਆਕਾਸ਼ ਸੀ। ਨਾ ਦਿਨ ਰੈਣ ਨਾ ਚੰਦ ਨਾ ਸੂਰਜ। ਉਦੋਂ ਨਾ ਦਿਨ ਸੀ, ਨਾ ਰਾਤ ਸੀ, ਨਾ ਚੰਦਰਮਾ ਸੀ, ਨਾ ਹੀ ਸੂਰਜ ਸੀ। ਸੁਨ ਸਮਾਦ ਲਗਾਈ ਦਾ। ਉਦੋਂ ਅਫੁਰ ਸਰੂਪ ਪ੍ਰਭੂ ਸਵੈ ਸਵ ਮਹਿਮਾ ਦੇ ਵਿੱਚ ਹੀ ਸਮਾਧੀ ਲਗਾ ਰਿਹਾ ਸੀ। ਖਾਣੀ ਨਾ ਬਾਣੀ ਪਾਉਣ ਨਾ ਪਾਣੀ। ਉਸ ਸਮੇਂ ਨਾ ਹੀ ਚਾਰੇ ਖਾਣੀਆਂ ਸਨ, ਨਾ ਹੀ ਚਾਰੇ ਬਾਣੀਆਂ ਸਨ, ਨਾ ਹੀ ਹਵਾ ਤੇ ਨਾ ਹੀ ਪਾਣੀ ਸੀ। ਉਪਤ ਖਾਪਤ ਨਾ ਆਵਣ ਜਾਣੀ। ਉਸ ਸਮੇਂ ਨਾ ਹੀ ਕਿਸੇ ਦੀ ਉਤਪਤੀ ਸੀ, ਨਾ ਹੀ ਪਰਲੋ ਸੀ ਤੇ ਨਾ ਹੀ ਜੀਵਾਂ ਦਾ ਆਉਣਾ ਜਾਣਾ ਸੀ। ਖੰਡ ਪਤਾਲ ਸਪਤ ਨਹੀਂ ਸਾਗਰ। ਉਸ ਸਮੇਂ 9 ਖੰਡ 7 ਪਤਾਲ ਤੇ 7 ਸਮੁੰਦਰ ਵੀ ਨਹੀਂ ਸਨ। ਨਦੀ ਨਾ ਨੀਰ ਵਹਾਈ ਦਾ। ਨਾ ਹੀ ਨਦੀਆਂ ਵਿੱਚੋਂ ਕੋਈ ਪਾਣੀ ਵਗਾਉਂਦਾ ਸੀ, ਨਾ ਹੀ ਨਦੀਆਂ ਸਨ ਤੇ ਨਾ ਹੀ ਕੋਈ ਪਾਣੀ ਵਗਾਉਂਦਾ ਸੀ। ਨਾ ਤਦ ਸੁਰਗ ਮਛ ਪਿਆਲਾ। ਨਾ ਹੀ ਤਦੋਂ ਸਵਰਗ ਮਾਤ ਲੋਕ ਤੇ ਪਤਾਲ ਸੀਗਾ। ਦੂਜਕ ਭਿਸਤ ਨਹੀਂ ਖੈ ਕਾਲਾ। ਅਤੇ ਮੁਸਲਮਾਨਾਂ ਦੀ ਬੋਲੀ ਅਨੁਸਾਰ ਨਰਕ ਤੇ ਸਵਰਗ ਆਦਿਕ ਵੀ ਨਹੀਂ ਸਨ ਤੇ ਨਾ ਹੀ ਨਾਸ਼ ਕਰਨ ਵਾਲਾ ਜਮਕਾਲ ਸੀ। ਨਰਕ ਸੁਰਗ ਨਹੀਂ ਜੰਮਣ ਮਰਨਾ। ਉਦੋਂ ਨਾ ਹੀ ਕੋਈ ਨਰਕ ਚ ਪੈਂਦਾ ਸੀ, ਨਾ ਹੀ ਕੋਈ ਸਵਰਗ ਵਿੱਚ ਜਾਂਦਾ ਸੀ, ਨਾ ਹੀ ਜੰਮਣਾ ਤੇ ਨਾ ਹੀ ਮਰਨਾ ਸੀ। ਨਾ ਕੋ ਆਈ ਨਾ ਜਾਈਦਾ। ਇਉਂ ਨਾ ਹੀ ਕੋਈ ਵਾਸ਼ਨਾ ਕਰਕੇ ਆਉਂਦਾ ਤੇ ਨਾ ਹੀ ਮਰ ਕੇ ਜਾਂਦਾ ਸੀ। ਬ੍ਰਹਮਾ ਬਿਸ਼ਨ ਮਹੇਸ਼ ਨਾ ਕੋਈ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕ 3 ਵੱਡੇ ਦੇਵਤਿਆਂ ਵਿੱਚੋਂ ਕੋਈ ਵੀ ਨਹੀਂ ਸੀਗਾ। ਜਿਹੜੇ ਹੁਣ ਪ੍ਰਧਾਨ ਬਣੇ ਫਿਰਦੇ ਨੇ, ਆਪ ਦੀ ਪੂਜਾ ਕਰਾਉਂਦੇ ਨੇ, ਇਹ ਉਦੋਂ ਕੋਈ ਵੀ ਨਹੀਂ ਸੀਗਾ। ਅਵਰ ਨਾ ਦੀਸਾ ਏਕੋ ਸੋਈ। ਹੋਰ ਕੋਈ ਵੀ ਦਿਸਦਾ ਨਹੀਂ ਸੀ, ਉਹ ਇੱਕ ਪਰਮਾਤਮਾ ਆਪ ਹੀ ਸੀ। ਜਾਂ ਸਾਨੂੰ ਹੁਣ ਵੀ ਕੋਈ ਹੋਰ ਨਹੀਂ ਦਿਸਦਾ। ਅਸੀਂ ਸਭ ਥਾਈਂ 3 ਕਾਲਾਂ ਵਿੱਚ ਉਸੇ ਪ੍ਰਭੂ ਨੂੰ ਹੀ ਨਿਸ਼ਚੈ ਕੀਤਾ ਹੋਇਆ ਹੈ। ਨਾਰ ਪੁਰਖ ਨਹੀਂ ਜਾਤ ਨਾ ਜਨਮਾ। ਤਦੋਂ ਇਸਤਰੀ ਮਰਦ ਵੀ ਕੋਈ ਨਹੀਂ ਸੀਗਾ, ਜਾਂ ਅਵਿਦਿਆ ਰੂਪ ਨਾਰੀ ਤੇ ਜੀਵ ਰੂਪੀ ਪੁਰਖ ਵੀ ਕੋਈ ਨਹੀਂ ਸੀਗਾ। ਨਾ ਹੀ ਕੋਈ ਜਾਤੀ ਸੀ, ਨਾ ਹੀ ਕਿਸੇ ਦਾ ਜਨਮ ਸੀਗਾ। ਨਾ ਕੋ ਦੁੱਖ ਸੁਖ ਪਾਈਦਾ। ਅਤੇ ਨਾ ਹੀ ਕੋਈ ਦੁੱਖ ਸੁੱਖ ਸੀਗਾ, ਨਾ ਹੀ ਕੋਈ ਦੁੱਖ ਸੁੱਖ ਨੂੰ ਪਾਉਣ ਵਾਲਾ ਜੀਵ ਸੀਗਾ। ਨਾ ਤਦ ਜਤੀ ਸਤੀ ਬਨਵਾਸੀ। ਤਦੋਂ ਨਾ ਹੀ ਕੋਈ ਜਾਤ ਤਾਰੀ ਸਤਵਾਦੀ ਜੰਗਲਾਂ ਵਿੱਚ ਵਸਣ ਵਾਲਾ ਸੀ। ਨਾ ਤਦ ਸਿੱਧ ਸਾਧਕ ਸੁਖ ਵਾਸੀ। ਤਦੋਂ ਨਾ ਹੀ ਕੋਈ ਸਿੱਧੀ ਦੀ ਪ੍ਰਾਪਤੀ ਵਾਲਾ ਸਾਧਨਾ ਕਰਨ ਵਾਲਾ ਤੇ ਨਾ ਹੀ
ਸੁੱਖਾਂ ਨਾਲ ਵਸਣ ਵਾਲਾ ਸੀ। ਜੋਗੀ ਜੰਗਮ ਭੇਖ ਨਾ ਕੋਈ। ਯੋਗ ਸਾਧਨਾ ਵਾਲੇ ਜੋਗੀ ਸ਼ਿਵ ਜੀ ਦੇ ਉਪਾਸ਼ਕ ਅਤੇ ਇਹਨਾਂ ਦੇ ਭੇਖ ਵੀ ਕੋਈ ਨਹੀਂ ਸਨ। ਨਾ ਕੋ ਨਾਥ ਕਹਾਈਦਾ। ਨਾ ਹੀ ਕੋਈ ਗੋਰਖਨਾਥ ਮਛੰਦਰਨਾਥ ਇਹਨਾਂ ਦਾ ਨਾਥ ਮਾਲਕ ਕਹਾਉਂਦਾ ਸੀ। ਜਾਪ ਤਾਪ ਸੰਜਮ ਨਾ ਬ੍ਰਤ ਪੂਜਾ। ਨਾ ਹੀ ਤਦੋਂ ਜਾਪ ਤਪੱਸਿਆ ਇੰਦਰੀਆਂ ਦਾ ਨਿਰੋਧ ਸੀ, ਨਾ ਹੀ ਵਰਤ ਆਦਿਕ ਸੀ, ਨਾ ਹੀ 16 ਪ੍ਰਕਾਰ ਦੀ ਪੂਜਾ ਸੀ। ਨਾ ਕੋ ਆਖ ਵਖਾਣੈ ਦੂਜਾ। ਨਾ ਹੀ ਕੋਈ ਦੂਜਾ ਮੁਖ ਦੁਆਰਾ ਕਥਨ ਕਰਨ ਵਾਲਾ ਸੀ। ਆਪੇ ਆਪ ਉਪਾਏ ਵਿਗਸੈ। ਉਦੋਂ ਪਰਮਾਤਮਾ ਆਪਣੇ ਆਪ ਵਿੱਚ ਹੀ ਪੈਦਾ ਹੋ ਕੇ ਪ੍ਰਸੰਨ ਹੋ ਰਿਹਾ ਸੀ। ਆਪੇ ਕੀਮਤ ਪਾਈਦਾ। ਆਪ ਹੀ ਪ੍ਰਭੂ ਆਪਣੀ ਕੀਮਤ ਨੂੰ ਪਾਉਣਾ ਕਰਦਾ ਸੀ। ਨਾ ਸੁਚ ਸੰਜਮ ਤੁਲਸੀ ਮਾਲਾ। ਤਦੋਂ ਨਾ ਹੀ ਕੋਈ ਸੁਚਮ ਪਵਿੱਤਰਤਾ ਸੀ, ਨਾ ਹੀ ਇੰਦਰੀਆਂ ਦਾ ਦਮਨ ਅਤੇ ਨਾ ਹੀ ਤੁਲਸੀ ਦੀ ਮਾਲਾ ਸੀ। ਗੋਪੀ ਕਾਨ ਨਾ ਗਊ ਗਵਾਲਾ। ਨਾ ਹੀ ਗਵਾਲਣ ਦੇ ਕ੍ਰਿਸ਼ਨ ਸੀ, ਨਾ ਹੀ ਗਾਵਾਂ ਤੇ ਨਾ ਹੀ ਗਾਵਾਂ ਦੇ ਪਾਲਕ ਗੁੱਜਰ ਸਨ। ਤੰਤ ਮੰਤ ਪਾਖੰਡ ਨਾ ਕੋਈ। ਜਾਦੂ ਟੂਣਾ ਮੰਤਰ ਤੇ ਪਖੰਡ ਵੀ ਕੋਈ ਨਹੀਂ ਸੀਗਾ। ਨਾ ਕੋ ਵੰਸ ਵਜਾਈਦਾ। ਅਤੇ ਨਾ ਹੀ ਕੋਈ ਬੰਸਰੀ ਵਜਾਉਣ ਵਾਲਾ ਕ੍ਰਿਸ਼ਨ ਭਗਵਾਨ ਸੀ। ਕਰਮ ਧਰਮ ਨਹੀਂ ਮਾਇਆ ਮਾਖੀ। ਉਸ ਵੇਲੇ ਕਰਮ ਧਰਮ ਤੇ ਮਾਇਆ ਰੂਪੀ ਮੱਖੀ ਵੀ ਨਹੀਂ ਸੀ। ਮਾਇਆ ਨੂੰ ਮੱਖੀ ਆਖਿਆ। ਮਾਖੀ ਰਾਮ ਕੀ ਤੂੰ ਮਾਖੀ, ਜਹਾਂ ਦੁਰਗੰਧ ਤਹਾਂ ਤੂੰ ਬੈਸੈ, ਮਹਾਂ ਵਿਖਿਆ ਮਦ ਚਾਖੀ। ਜਾਤ ਜਨਮ ਨਹੀਂ ਦਿਸੈ ਆਖੀ। ਜਾਤੀ ਅਤੇ ਜਨਮ ਆਦਿਕ ਵੀ ਨਹੀਂ ਸੀ, ਅਤੇ ਨਾ ਹੀ ਕੋਈ ਪਦਾਰਥ ਅੱਖਾਂ ਦੇ ਨਾਲ ਦਿਸਦਾ ਸੀ। ਮਮਤਾ ਜਾਲ ਕਾਲ ਨਹੀਂ ਮਾਥੈ। ਉਸ ਸਮੇਂ ਪਦਾਰਥਾਂ ਦੀ ਮੇਰ ਮੌਤ ਦੀ ਫਾਹੀ ਵੀ ਮੱਥੇ ਭਾਵ ਸਿਰ ਉੱਪਰ ਨਹੀਂ ਸੀ, ਜਾਂ ਮਮਤਾ ਦਾ ਜਾਲ ਵੀ ਨਹੀਂ ਸੀ ਤੇ ਕਾਲ ਵੀ ਸਿਰ ਉੱਪਰ ਨਹੀਂ ਖੜਾ ਸੀ। ਅਤੇ ਨਾ ਕੋ ਕਿਸੈ ਧਿਆਈ ਦਾ। ਨਾ ਹੀ ਕੋਈ ਕਿਸੇ ਨੂੰ ਧਿਆਉਣਾ ਕਰਦਾ ਸੀ। ਨਿੰਦ ਬਿੰਦ ਨਹੀਂ ਜਿਉ ਨਾ ਜਿੰਦੋ। ਉਸ ਸਮੇਂ ਨਿੰਦਿਆ ਤੇ ਜਾਣਨ ਭਾਵ ਉਸਤਤੀ ਆਦਿਕ ਵੀ ਨਹੀਂ ਸੀ, ਨਾ ਹੀ ਕੋਈ ਜੀਵਾਤਮਾ ਸੀ ਤੇ ਨਾ ਹੀ ਕੋਈ ਜਿੰਦ ਪਾਉਣ ਵਾਲਾ ਈਸ਼ਰ ਸੀ। ਨਾ ਤਦ ਗੋਰਖ ਨਾਮਾ ਛਿੰਦੋ। ਤਦੋਂ ਨਾ ਹੀ ਗੋਰਖਨਾਥ ਸੀ ਤੇ ਨਾ ਹੀ ਮਛੰਦਰਨਾਥ ਸੀ। ਨਾ ਤਦ ਗਿਆਨ ਧਿਆਨ ਕੁਲਿਓ ਪਤਾ। ਤਦੋਂ ਨਾ ਹੀ ਕੋਈ ਗਿਆਨ ਧਿਆਨ ਸੀ, ਨਾ ਹੀ ਕਿਸੇ ਕੁਲ ਦੀ ਉਤਪਤੀ ਸੀ। ਤਦੋਂ ਗਿਆਨ ਧਿਆਨ ਦੀ ਦੇਵੀ ਸੰਪਦਾ ਰੂਪੀ ਕੁਲ ਦੀ ਵੀ ਉਤਪਤੀ ਨਹੀਂ ਹੋਈ ਸੀ। ਨਾ ਕੋ ਗਣਤ ਗਣਾਏ ਦਾ। ਨਾ ਹੀ ਕੋਈ ਕਰਮਾਂ ਧਰਮਾਂ ਦੀਆਂ ਗਿਣਦੀਆਂ ਗਣਾਉਂਦਾ ਸੀ। ਵਰਨ ਭੇਖ ਨਹੀਂ ਬ੍ਰਾਹਮਣ ਖੱਤਰੀ। ਤਦੋਂ ਬ੍ਰਾਹਮਣ ਖੱਤਰੀ ਆਦਿਕ ਵਰਨ ਤੇ ਜੋਗੀ ਜੰਗਮ ਸਰੇਵੜੇ ਆਦਿਕ ਭੇਖ ਵੀ ਨਹੀਂ ਸਨ। ਦਿਉ ਨਾ ਦਿਹੁਰਾ ਗਊ ਗਾਇਤਰੀ। ਦੇਵਤਾ ਤੇ ਮੰਦਰ ਵੀ ਨਹੀਂ ਸੀ, ਗਊ ਅਤੇ ਗਾਇਤਰੀ ਮੰਤਰ ਵੀ ਨਹੀਂ ਸੀ। ਓਮ ਜਗ ਨਹੀਂ ਤੀਰਥ ਨਾਵਣ। ਨਾ ਹੀ ਕੋਈ ਹਵਨ ਜਗ ਤੀਰਥ ਅਤੇ ਇਸ਼ਨਾਨ ਆਦਿਕ ਸੀ। ਨਾ ਕੋ ਪੂਜਾ ਲਾਈਦਾ। ਨਾ ਹੀ ਕੋਈ ਪੂਜਾ ਲਾਉਂਦਾ ਸੀ। ਨਾ ਕੋ ਮੁੱਲਾ ਨਾ ਕੋ ਕਾਜੀ। ਨਾ ਹੀ
ਮੁਸਲਮਾਨਾਂ ਵਿੱਚੋਂ ਕੋਈ ਮੌਲਵੀ ਮਦਰਸੇ ਵਿੱਚ ਤਾਲੀਮ ਦੇਣ ਵਾਲਾ ਸੀ, ਨਾ ਹੀ ਕੋਈ ਕਾਜੀ ਸ਼ਰਅ ਦੇ ਅਨੁਸਾਰ ਫੈਸਲਾ ਕਰਨ ਵਾਲਾ ਸੀ। ਨਾ ਕੋ ਸੇਖ ਮਸਾਇਕ ਹਾਜੀ, ਨਾ ਹੀ ਕੋਈ ਬਿਰਧ ਜਾਤੀ ਵਾਲਾ ਸ਼ੇਖ, ਨਾ ਹੀ ਕੋਈ ਮਸ਼ੱਕਤ ਕਰਨ ਵਾਲਾ ਜਗਿਆਸੂ ਸੀ, ਅਤੇ ਨਾ ਹੀ ਕੋਈ ਹਜ ਕਰਨ ਵਾਲਾ ਹਾਜੀ ਸੀ। ਰਈਅਤ ਰਾਉ ਨਾ ਹਉਮੈ ਦੁਨੀਆ, ਉਸ ਵੇਲੇ ਪਰਜਾ ਅਤੇ ਰਾਜਾ ਵੀ ਨਹੀਂ ਸੀ, ਨਾ ਹੀ ਹੰਗਤਾ ਮਮਤਾ ਅਤੇ ਦੁਨੀਆ ਸੀ। ਨਾ ਕੋ ਕਹਿਣ ਕਹਾਏ ਦਾ, ਨਾ ਹੀ ਕੋਈ ਆਖਣ ਵਾਲਾ ਸੀ, ਨਾ ਹੀ ਕੋਈ ਕਹਾਉਣ ਵਾਲਾ ਸੀ। ਭਾਉ ਨਾ ਭਗਤੀ ਨਾ ਸਿਵ ਸਕਤੀ, ਸੋ ਉਸ ਵੇਲੇ ਪ੍ਰੇਮਾ ਭਗਤੀ ਵੀ ਨਹੀਂ ਸੀ, ਨਾ ਹੀ ਸ਼ਿਵ ਜੀ ਅਤੇ ਪਾਰਬਤੀ ਸੀ, ਜਾਂ ਸ਼ਿਵ ਪੁਰਖ ਤੇ ਸ਼ਕਤੀ ਪ੍ਰਕਿਰਤੀ ਵੀ ਨਹੀਂ ਸੀ। ਸਾਜਨ ਮੀਤ ਬਿੰਦ ਨਹੀਂ ਰਕਤੀ, ਨਾ ਹੀ ਕੋਈ ਸੱਜਣ ਅਤੇ ਮਿੱਤਰ ਸੀ, ਨਾ ਹੀ ਪਿਤਾ ਦੀ ਅੰਸ਼ ਬਿੰਦ ਮਣੀ ਤੇ ਮਾਤਾ ਦੀ ਅੰਸ਼ ਰਕਤ ਵੀ ਨਹੀਂ ਸੀ। ਆਪੇ ਸਾਹੂ ਆਪੇ ਵਣਜਾਰਾ, ਤਦੋਂ ਪ੍ਰਭੂ ਆਪ ਹੀ ਸ਼ਾਹੂਕਾਰ ਸੀ, ਆਪ ਹੀ ਵਣਜ ਕਰਨ ਵਾਲਾ ਵਪਾਰੀ ਸੀ। ਸਾਚੇ ਹੋ ਭਾਈ ਦਾ, ਸੱਚੇ ਪ੍ਰਭੂ ਨੂੰ ਤਦੋਂ ਇਹ ਕੁਝ ਹੀ ਚੰਗਾ ਲੱਗਦਾ ਸੀ। ਵੇਦ ਕਤੇ ਨਾ ਸਿਮਰਤ ਸਾਸਤ, ਉਦੋਂ ਚਾਰੇ ਵੇਦ, ਸਿਆਮ ਵੇਦ, ਯਜੁਰਵੇਦ, ਰਿਗਵੇਦ ਤੇ ਅਥਰਵਣ, ਇਹ ਚਾਰੇ ਵੇਦ ਵੀ ਨਹੀਂ ਸਨ। ਚਾਰੇ ਕਤੇਬ, ਕੁਰਾਨ, ਅੰਜੀਲ, ਤੌਰੇਤ ਦੇ ਜ਼ਬੂਰ ਵੀ ਨਹੀਂ ਸਨ। 27 ਸਿਮਰਤੀਆਂ ਤੇ 6 ਸ਼ਾਸਤਰ ਵੀ ਨਹੀਂ ਸਨ। ਪਾਠ ਪੁਰਾਣ ਉਡਾ ਨਹੀਂ ਆਸਤ, ਤਦੋਂ ਵਿਆਕਰਨ ਆਦਿਕਾਂ ਦੇ ਪਾਠ ਵੀ ਨਹੀਂ ਸਨ। 18 ਪੁਰਾਣ ਜਾਂ ਪੁਰਾਣਾਂ ਦੇ ਪਾਠ ਵੀ ਨਹੀਂ ਸਨ। ਨਾ ਹੀ ਸੂਰਜ ਪੂਰਬ ਵੱਲੋਂ ਉਦੈ ਪ੍ਰਗਟ ਹੁੰਦਾ ਸੀ, ਤੇ ਨਾ ਹੀ ਪੱਛਮ ਦੀ ਤਰਫ ਅਸਤ ਹੁੰਦਾ ਡੁੱਬਦਾ ਸੀ। ਕਹਿਤਾ ਬਕਤਾ ਆਪ ਗੋਚਰ, ਉਸ ਵੇਲੇ ਇੰਦਰੀਆਂ ਦੇ ਅਵਿਸ਼ੇ ਪਰਮਾਤਮਾ ਆਪ ਹੀ ਕਹਿਣ ਵਾਲਾ ਕਹਿਤਾ, ਤੇ ਬਕਤਵ ਵਿਆਖਿਆ ਕਰਨ ਵਾਲਾ ਬਕਤਾ ਸੀ। ਅਤੇ ਆਪੇ ਲੱਖ ਲਖਾਈ ਦਾ, ਆਪ ਹੀ ਲਖਣ ਤੋਂ ਰਹਿਤ ਸਰੂਪ ਨੂੰ ਜਨਾਉਣ ਵਾਲਾ ਸੀ। ਇਹ ਤੋਂ ਅੱਗੇ ਸੰਸਾਰ ਦੀ ਉਤਪਤੀ ਬਾਰੇ ਕਥਨ ਕਰਦੇ ਨੇ। ਇੱਥੋਂ ਤੱਕ ਮਹਾਂਪਰਲੋ ਬਾਰੇ ਕਿਹਾ ਹੈ, ਅੱਗੇ ਉਤਪਤੀ ਬਾਰੇ ਦੱਸਦੇ ਹਨ। ਜਾ ਤਿਸ ਭਾਣਾ ਤਾ ਜਗਤ ਉਪਾਇਆ, ਜਦੋਂ ਤਿਸ ਪ੍ਰਭੂ ਦਾ ਹੁਕਮ ਹੋਇਆ, ਤਦੋਂ ਉਸਨੇ ਸਾਰਾ ਸੰਸਾਰ ਪੈਦਾ ਕਰ ਦਿੱਤਾ। ਬਾਜ ਕਲਾ ਆ ਡਾਣ ਰਹਾਇਆ, ਫਿਰ ਕਿਸੇ ਥੰਬਾਂ ਦੇ ਆਸਰੇ ਤੋਂ ਬਿਨਾਂ ਆਕਾਸ਼ ਪਸਾਰੇ ਨੂੰ ਰੱਖਣਾ ਕੀਤਾ। ਬ੍ਰਹਮਾ ਬਿਸ਼ਨ ਮਹੇਸ਼ ਉਪਾਈ, ਫਿਰ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕ ਵੱਡੇ ਦੇਵਤੇ ਪੈਦਾ ਕਰ ਦਿੱਤੇ। ਮਾਇਆ ਮੋਹ ਵਧਾਈ ਦਾ, ਅਤੇ ਸੰਸਾਰ ਵਿੱਚ ਮਾਇਆ ਦਾ ਮੋਹ ਵਧਾ ਦਿੱਤਾ। ਜੰਮਦੇ ਨਿਆਣੇ ਦੇ ਹੱਥ 'ਚ ਤੁਸੀਂ 10 ਰੁਪਏ ਫੜਾ ਦਿਓ, ਉਹ ਇੰਨੀ ਘੁੱਟ ਕੇ ਮੁੱਠੀ ਪਕੜ ਲਊਗਾ। ਬੱਚਿਆਂ ਦੀ ਪਕੜ ਬੜੀ ਹੁੰਦੀ, ਉਹਦੇ ਕੋਲ ਤੁਸੀਂ ਛਡਾ ਨਹੀਂ ਸਕਦੇ। ਨੋਟ ਪਾੜ ਜਾਊਗਾ ਪਰ ਬੱਚਾ ਵੀ ਨੋਟ ਨਹੀਂ ਛੱਡੂਗਾ। ਇਉਂ ਜਾਤ ਸੁਭਾਣਾ ਦਾ ਜੰਮਿਆ ਪਰਿਵਾਰ ਭਲਾ ਪਾਇਆ। ਸੋ ਇਹ ਜਿਹੜੀ ਮਾਇਆ ਹੈ ਉਹ ਜੰਮਣ ਸਾਰ ਹੀ ਬੰਦੇ ਨੂੰ ਚੰਬੜ ਜਾਂਦੀ ਹੈ। ਪਰਮਾਤਮਾ ਦਾ ਹੁਕਮ ਹੀ ਐਸਾ ਹੈ। ਵਿਰਲੀ ਕਉ ਗੁਰ ਸ਼ਬਦ ਸੁਣਾਇਆ, ਹਾਂ ਹੈਨ ਵਿਰਲੇ ਨਾਹੀ ਕਣੇ ਫੈਲ ਫਕੜ ਸੰਸਾਰ। ਕਿਸੇ ਵਿਰਲੇ ਟਾਵੇਂ ਟਾਵੇਂ ਨੂੰ ਹੀ ਗੁਰੂ ਦਾ ਉਪਦੇਸ਼ ਸੁਣਾਉਣਾ ਕੀਤਾ ਹੈ। ਹਰ ਕਰ ਦੇਖੈ ਹੁਕਮ ਸਬਾਇਆ, ਆਪਣੇ ਹੁਕਮ ਦੇ ਅਨੁਸਾਰ ਸਾਰਾ ਜਗਤ ਰਚ ਕੇ
ਫਿਰ ਪਾਲਣਾ ਕਰਕੇ ਉਹੀ ਵਾਹਿਗੁਰੂ ਦੇਖ ਰਿਹਾ ਹੈ। ਖੰਡ ਬ੍ਰਹਮੰਡ ਪਾਤਾਲ ਅਰੰਭੇ। ਫਿਰ 9 ਖੰਡ ਸਾਰਾ ਬ੍ਰਹਮੰਡ ਅਤੇ ਪਤਾਲ ਆਦਿਕ ਬਣਾਉਣਾ ਆਰੰਭ ਕਰ ਦਿੱਤੇ। ਗੁਪਤਹੁ ਪ੍ਰਗਟਿਆਇ ਦਾ। ਫਿਰ ਆਪਣੇ ਲੁਕੇ ਹੋਏ ਨਿਰਗੁਣ ਸਰੂਪ ਤੋਂ ਸਰਗੁਣ ਸਰੂਪ ਦੇ ਵਿੱਚ ਪ੍ਰਤੱਖ ਹੋ ਕੇ ਆਇਆ ਹੈ। ਤਾ ਕਾ ਅੰਤ ਨਾ ਜਾਣੈ ਕੋਈ। ਉਸ ਪ੍ਰਭੂ ਦਾ ਅਖੀਰ ਕੋਈ ਵੀ ਨਹੀਂ ਜਾਣ ਸਕਦਾ। ਪੂਰੇ ਗੁਰ ਤੇ ਸੋਜੀ ਹੋਈ। ਉਹਦਾ ਅੰਤ ਤਾਂ ਕੀ ਜਾਣਨਾ, ਉਹਦੀ ਰਚੀ ਸ੍ਰਿਸ਼ਟੀ ਦਾ ਕੋਈ ਅੰਤ ਨਹੀਂ ਪਾ ਸਕਦਾ। ਪੂਰਨ ਗੁਰੂ ਸਾਹਿਬ ਜੀ ਤੋਂ ਹੀ ਉਸ ਦੇ ਸਰੂਪ ਦੇ ਸੋਝੀ ਗਿਆਤ ਪ੍ਰਾਪਤ ਹੁੰਦੀ ਹੈ। ਨਾਨਕ ਸਾਚ ਰਤੀ ਬਿਸਮਾਦੀ। ਸਤਿਗੁਰੂ ਮਹਾਰਾਜ ਕਥਨ ਕਰਦੇ ਕਿ ਸੋ ਜੋ ਸੱਚੇ ਪ੍ਰਭੂ ਦੇ ਪ੍ਰੇਮ ਰੰਗ 'ਚ ਰੰਗੇ ਹੋਏ ਨੇ ਉਹ ਅਸਚਰਜ ਰੂਪ ਹੀ ਹੋ ਗਏ ਹਨ। ਬਿਸਮ ਭਾਈ ਗੁਣ ਗਾਈਦਾ। ਉਹਨਾਂ ਦਾ ਮਨ ਹੀ ਪ੍ਰਭੂ ਦੇ ਗੁਣਾਂ ਨੂੰ ਗਾਉਂਦਾ ਹੋਇਆ ਤੇ ਬਿਸਮ ਅਸਚਰਜ ਹੋ ਗਿਆ ਹੈ। ਆਪ ਵੀ ਅਸਚਰਜਤਾਈ ਚ ਲੀਨ ਹੋ ਗਏ ਤੇ ਮਨ ਵੀ ਉਹਨਾਂ ਦਾ ਅਸਚਰਜ ਪ੍ਰਭੂ ਚ ਲੀਨ ਹੋ ਗਿਆ ਹੈ। ਮਾਰੂ ਮਹੱਲਾ ਪਹਿਲਾ। ਮਾਰੂ ਰਾਗ ਵਿੱਚ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਉੱਪਰਲੇ ਕਥਨ ਨੂੰ ਹੋਰ ਸਪਸ਼ਟ ਕਰਦੇ ਹਨ। ਆਪੇ ਆਪੋ ਪਾਈ ਨਿਰਾਲਾ। ਪਰਮੇਸ਼ਰ ਆਪੇ ਆਪ ਹੀ ਸੰਸਾਰ ਨੂੰ ਪੈਦਾ ਕਰਕੇ ਆਪ ਮਾਇਆ ਦੇ ਮੋਹ ਤੋਂ ਅਸੰਗ ਰਹਿੰਦਾ ਹੈ। ਸਾਚਾ ਥਾਨ ਕੀਓ ਦਇਆਲਾ। ਇਹ ਸੰਸਾਰ ਰੂਪ ਸੱਚਾ ਸਥਾਨ ਜਾਂ ਆਪਣਾ ਸੱਚ ਸਰੂਪ ਸੱਚਖੰਡ ਰੂਪ ਸਥਾਨ ਦਿਆਲੂ ਪ੍ਰਭੂ ਨੇ ਆਪ ਹੀ ਬਣਾਉਣਾ ਕੀਤਾ ਹੈ। ਪੌਣ ਪਾਣੀ ਅਗਨੀ ਕਾ ਬੰਧਨ। ਹਵਾ ਪਾਣੀ ਅਤੇ ਅੱਗ ਆਦਿਕ ਪੰਜਾਂ ਤੱਤਾਂ ਦਾ ਮੇਲ ਨਿਯਮ ਬਣ ਕੇ ਜਾਂ ਪੌਣ ਦੀ ਤਰ੍ਹਾਂ ਰਜੋ ਗੁਣੀ, ਪਾਣੀ ਦੀ ਤਰ੍ਹਾਂ ਸਤੋ ਗੁਣੀ, ਅੱਗ ਦੀ ਤਰ੍ਹਾਂ ਤਮੋ ਗੁਣ ਸ੍ਰਿਸ਼ਟੀ ਦਾ ਬੰਧੇਜ ਬਣ ਕੇ ਕਾਇਆ ਕੂਟ ਰਚਾਈਦਾ। ਦੇਹ ਰੂਪੀ ਕਿਲੇ ਨੂੰ ਰਚਾਉਣਾ ਕਰਦਾ ਹੈ। ਨਾਉ ਘਰ ਥਾਪੇ ਥਾਪਣ ਹਾਰੈ। ਬਣਾਉਣ ਵਾਲੇ ਪਰਮੇਸ਼ਰ ਨੇ ਸਰੀਰ ਦੇ 9 ਗੋਲਕਾਂ ਰੂਪੀ ਘਰ ਇਹ ਥਾਪਣਾ ਕੀਤੇ ਹਨ। ਸੋ ਇਹ ਸਮਝ ਲਓ ਘਰ ਬਣਾਏ ਨੇ। ਦਸਵੈਂ ਵਾਸਾ ਲਖ ਪਾਰੈ। ਅਸ਼ੁੱਧ ਮਨ ਕਰਕੇ ਲਖਣ ਤੋਂ ਰਹਿਤ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਦੁਆਰ ਦੇ ਵਿੱਚ ਨਿਵਾਸ ਕੀਤਾ ਹੋਇਆ ਹੈ। ਇਸੇ ਪ੍ਰਕਾਰ ਦਸਵੈਂ ਵਾਸਾ ਲਖ ਪਾਰੈ। ਉਹਨਾਂ ਦੇ ਹਿਰਦੇ ਅੰਦਰ ਦਸਵਾਂ ਜੋ ਚੇਤਨ ਹੈ ਉਹ ਅਲਖ ਅਪਾਰ ਪ੍ਰਭੂ ਉਹਨਾਂ 'ਚ ਵਾਸਾ ਕਰਦਾ ਹੈ। ਨਾਉ ਘਰ ਥਾਪੇ ਥਾਪਣ ਹਾਰੈ। ਜਿਨ੍ਹਾਂ ਨੇ ਥਾਪਣ ਹਾਰੇ ਸਤਿਗੁਰਾਂ ਦੀ ਕਿਰਪਾ ਸਦਕਾ 9 ਗੋਲਕਾਂ ਦੇ ਵਿਸ਼ੇ ਅਸਥਿਤ ਕਰ ਦਿੱਤੇ, ਭਾਵ ਰੋਕ ਦਿੱਤੇ ਹਨ। ਦਸਵੈ ਵਾਸਾ ਲਖ ਪਾਰੈ। ਉਹਨਾਂ ਦੇ ਹਿਰਦੇ ਵਿੱਚ ਦਸਵਾਂ ਜੋ ਚੇਤਨ ਹੈ ਉਹ ਅਲਖ ਅਪਾਰ ਪ੍ਰਭੂ ਵਾਸਾ ਕਰਦਾ ਹੈ। ਸਾਇਰ ਸਪਤ ਭਰੀ ਜਲ ਨਿਰਮਲ। ਜਿਨ੍ਹਾਂ ਦੇ 5 ਗਿਆਨ ਇੰਦਰ ਮਨ ਤੇ ਬੁੱਧ ਰੂਪ 7 ਸਮੁੰਦਰ ਉਜਲ ਨਾਮ ਰੂਪੀ ਜਲ ਨਾਲ ਭਰੇ ਹੋਏ ਹਨ। ਗੁਰਮੁਖ ਮੈਲ ਨ ਲਾਈਦਾ। ਉਹਨਾਂ ਗੁਰਮੁਖ ਜਨਾਂ ਨੂੰ ਪ੍ਰਭੂ ਹੰਗਤਾ ਜਾਂ ਪਾਪਾਂ ਰੂਪੀ ਮੈਲ ਨਹੀਂ ਲਾਉਂਦਾ। ਇਸੇ ਪ੍ਰਕਾਰ ਸਾਇਰ ਸਪਤ ਭਰੀ ਜਲ ਨਿਰਮਲ। ਜਿਨ੍ਹਾਂ ਦੇ ਵੈਰਾਗ ਵਿਵੇਕ ਖਟ ਸਮਧੀ ਮੋਖ ਇੱਛਾ ਸਰਵਣ ਮੰਨਣ ਨਿਧਿਆਸਨ ਰੂਪ 7 ਸਰੋਵਰ ਗੁਰਾਂ ਦੇ ਉਜਲ
ਉਪਦੇਸ਼ ਰੂਪ ਜਲ ਨਾਲ ਭਰੇ ਹੋਏ ਹਨ। ਗੁਰਮੁਖ ਮੈਲ ਨਾ ਲਾਈਦਾ, ਉਹਨਾਂ ਗੁਰਮੁਖਾਂ ਨੂੰ ਅਵਿਦਿਆ ਰੂਪੀ ਮੈਲ ਨਹੀਂ ਲਾਉਂਦਾ। ਰਵ ਸਾਸ ਦੀਪਕ ਜੋਤ ਸਬਾਈ। ਪਰਮੇਸ਼ਰ ਨੇ ਸੂਰਜ ਤੇ ਚੰਦਰਮਾ ਰੂਪ ਦੋ ਦੀਵੇ ਬਣਾਏ ਨੇ। ਗਗਨ ਮੈਂ ਥਾਲ, ਆਕਾਸ਼ ਰੂਪੀ ਥਾਲ ਹੈ। ਰਵ ਚੰਦ ਦੀਪਕ ਬਣੇ, ਸੂਰਜ ਤੇ ਚੰਦਰਮਾ ਦੋ ਦੀਵੇ ਬਣੇ ਹੋਏ ਨੇ। ਤਾਰਕਾ ਮੰਡਲ ਜਨਕ ਮੋਤੀ, ਤਾਰਾ ਮੰਡਲ ਜਿਹੜਾ ਹੈ ਇਹ ਵਿੱਚ ਮੋਤੀ ਚਮਕਾਰੇ ਮਾਰ ਰਹੇ ਨੇ। ਇਸੇ ਪ੍ਰਕਾਰ ਰਵ ਸਾਸ ਦੀਪਕ ਜੋਤ ਸਬਾਈ। ਸੂਰਜ ਦੀ ਤਰ੍ਹਾਂ ਵਿਵੇਕ ਤੇ ਚੰਦਰਮੇ ਦੀ ਤਰ੍ਹਾਂ ਵੈਰਾਗ ਰੂਪੀ ਦੋ ਦੀਵੇ ਬਣਾਏ ਨੇ। ਸਭ ਆਈ, ਸਾਰਿਆਂ 'ਚ ਪ੍ਰਭੂ ਦੀ ਜੋਤ ਆਈ ਹੋਈ ਹੈ। ਆਪੇ ਕਰ ਵੇਖੈ ਵਡਿਆਈ। ਜਿਵੇਂ ਉਸ ਦੀ ਵਡਿਆਈ ਹੈ ਉਵੇਂ ਆਪ ਹੀ ਸੰਸਾਰ ਨੂੰ ਪੈਦਾ ਕਰਕੇ ਵੇਖਦਾ ਹੈ। ਜੋਤ ਸਰੂਪ ਸਦਾ ਸੁਖ ਦਾਤਾ। ਪ੍ਰਕਾਸ਼ ਰੂਪ ਪ੍ਰਭੂ ਹਮੇਸ਼ਾ ਸਰਬ ਸੁਖਾਂ ਕਾ ਦਾਤਾ ਸਤਿਗੁਰ। ਤਾਂ ਕਿ ਸਰਨੀ ਬਾਈਐ ਸਾਰੇ ਸੁੱਖਾਂ ਦਾ ਦਾਤਾ ਹੈ। ਸੱਚੇ ਸੋਭਾ ਪਾਈਦਾ। ਜੋ ਉਸ ਦਾ ਸੱਚਾ ਨਾਮ ਜਪਦਾ ਹੈ ਉਹ ਪ੍ਰਭੂ ਵਿੱਚ ਅਭੇਦ ਹੋਣ ਰੂਪ ਵਡਿਆਈ ਨੂੰ ਪਾਉਣਾ ਕਰਦਾ ਹੈ। ਗੜ ਮਹਿ ਹਾਟ ਪਟਣ ਵਾਪਾਰਾ। ਇਹ ਸੰਸਾਰ ਰੂਪ ਕਿਲੇ ਵਿੱਚ ਪ੍ਰਤੱਖ ਹੱਟਾਂ ਸ਼ਹਿਰ ਅਤੇ ਵਪਾਰੀ ਲੋਕ ਵੀ ਵਸਦੇ ਹਨ। ਇਸੇ ਪ੍ਰਕਾਰ ਗੜ ਮਹਿ ਹਾਟ ਪਟਣ ਵਾਪਾਰਾ। ਇਹ ਸਰੀਰ ਰੂਪ ਕਿਲੇ ਵਿੱਚ ਇੰਦਰੀਆਂ ਰੂਪ ਹੱਟਾਂ ਨੇ ਸ਼ੁਭ ਗੁਣਾ ਰੂਪੀ ਸ਼ਹਿਰ ਵਸਦਾ ਹੈ। ਤੇ ਨਾਮ ਤਨ ਮਨ ਧਨ ਅਰਪਣ ਰੂਪ ਜਗਿਆਸੂ ਜਨ ਨਾਮ ਦਾ ਵਪਾਰ ਕਰਦੇ ਨੇ। ਪੂਰਾ ਤੋਲ ਤੋਲੈ ਵਣਜਾਰਾ। ਅਧਿਕਾਰੀ ਰੂਪ ਵਣਜਾਰਾ ਪੂਰਨ ਸਤਿਗੁਰਾਂ ਦੁਆਰਾ ਆਪਣੇ ਸਰੂਪ ਦੇ ਤੋਲ ਵਿਚਾਰ ਨੂੰ ਤੋਲਦਾ ਵਿਚਾਰਦਾ ਹੈ। ਆਪੇ ਰਤਨ ਵਿਸਾਹੇ ਲੀਵੈ। ਪ੍ਰਭੂ ਆਪ ਹੀ ਜਗਿਆਸੂ ਰੂਪ ਹੋ ਕੇ ਗੁਰਾਂ ਤੋਂ ਸ਼ਬਦ ਰੂਪੀ ਰਤਨ ਮਾਨਕ ਵਿਸਾਹੇ ਖਰੀਦ ਲੈਂਦਾ ਹੈ। ਇਸੇ ਪ੍ਰਕਾਰ ਆਪੇ ਰਤਨ ਵਿਸਾਹੇ ਲੀਵੈ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸੁਆਓ। ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ। ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਪਹਿਲਾ ਅਰਥ ਹੋਇਆ। ਦੂਜੇ ਅਰਥ ਵਿੱਚ ਵੈਰਾਗ ਵਿਵੇਕ ਰੂਪੀ ਵੀ ਰਤਨ ਨੇ, ਸ਼ੁਭ ਗੁਣਾ ਰੂਪੀ। ਇਹ ਸਵਾਸਾਂ ਦੀ ਪੂੰਜੀ ਦੇ ਕੇ ਖਰੀਦ ਕੇ ਗੁਰਸਿੱਖ ਆਤਮਾ ਆਨੰਦ ਨੂੰ ਵਿਸਾਹੇ ਖਰੀਦਣਾ ਕਰਦਾ, ਲੈਣਾ ਕਰਦਾ ਹੈ ਗੁਰੂ ਸਾਹਿਬ ਦੇ ਪਾਸੋਂ। ਆਪੇ ਕੀਮਤ ਪਾਈਦਾ। ਆਪ ਹੀ ਆਪਣੇ ਸਰੂਪ ਦੀ ਪ੍ਰਾਪਤੀ ਰੂਪੀ ਕੀਮਤ ਨੂੰ ਵਾਹਿਗੁਰੂ ਪਾਉਣਾ ਕਰਦਾ ਹੈ। ਕੀਮਤ ਪਾਈ ਪਾਵਨ ਹਾਰੈ। ਪਾਉਣ ਵਾਲੇ ਪ੍ਰਭੂ ਨੇ ਆਪ ਹੀ ਆਪਣੇ ਸਰੂਪ ਦੀ ਕੀਮਤ ਪਾਈ ਹੈ। ਇਸੇ ਪ੍ਰਕਾਰ ਕੀਮਤ ਪਾਈ ਪਾਵਨ ਹਾਰੈ। ਪਾਉਣ ਵਾਲੇ ਮਹਾਤਮਾ ਜਨਾਂ ਨੇ ਗੁਰ ਸ਼ਬਦ ਵੈਰਾਗ ਰੂਪ ਰਤਨ ਦੀ ਕਦਰੋਂ ਕੀਮਤ ਪਾਉਣਾ ਕੀਤੀ ਹੈ। ਬੇਪਰਵਾਹ ਪੂਰੇ ਪੰਡਾਰੈ। ਬੇਮੁਤਾਜ ਹਰੀ ਦੇ ਨਾਮ ਨਾਲ ਮਹਾਤਮਾ ਦੇ ਹਿਰਦੇ ਰੂਪ ਪੂਰਨ ਖਜ਼ਾਨੇ ਭਰੇ ਹੋਏ ਹਨ। ਸਰਬ ਕਲਾ ਲੈ ਆਪੇ ਰਹਿਆ। ਸਾਰੀਆਂ ਸ਼ਕਤੀਆਂ ਲੈ ਕੇ ਪਰਮਾਤਮਾ ਆਪ ਹੀ ਸਭ ਜੀਵਾਂ ਵਿੱਚ ਸਥਿਤ ਹੋ ਰਿਹਾ ਹੈ। ਗੁਰਮੁਖ ਕਿਸੈ ਬੁਝਾਈਦਾ। ਅਤੇ ਕਿਸੇ ਵਿਰਲੇ ਗੁਰਮੁਖ ਜਨ ਨੂੰ ਹੀ ਇਹ ਸਿੱਖਿਆ ਸਮਝਾਉਂਦਾ ਹੈ। ਨਦਰ ਕਰੇ ਪੂਰਾ ਗੁਰ ਭੇਟੈ। ਜਿਸ ਉੱਪਰ ਪਰਮਾਤਮਾ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਉਸ ਨੂੰ
ਪੂਰਨ ਗੁਰੂ ਮਿਲਦਾ ਹੈ। ਜਮ ਜੰਦਾਰ ਨਾ ਮਾਰੈ ਫੀਟੈ। ਫਿਰ ਉਸ ਨੂੰ ਜਿੰਦ ਦਾ ਵੈਰੀ ਯਮਦੂਤ ਕੋਈ ਚੋਟ ਕੋਈ ਧੱਕਾ ਨਹੀਂ ਮਾਰਦਾ। ਫੇਂਟ ਭਾਵ ਕਮਰ ਕੱਸਾ, ਅਰਥਾਤ ਜਿਵੇਂ ਕਮਰ ਕੱਸੇ 'ਚੋਂ ਕਟਾਰ ਕੱਢ ਕੇ ਮਾਰੀ ਦੀ ਹੈ, ਇਉਂ ਯਮ ਸਜ਼ਾ ਮੌਤ ਰੂਪੀ ਕਟਾਰ ਨਹੀਂ ਮਾਰਦਾ। ਜਿਉ ਜਲ ਅੰਤਰ ਕਮਲ ਵਿਗਾਸੀ। ਜਿਵੇਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਪਾਣੀ ਤੋਂ ਨਿਰਲੇਪ ਰਹਿ ਕੇ ਖਿੜਦਾ ਹੈ, ਆਪੇ ਬਿਗਸਤ ਆਈ ਦਾ। ਇੰਜ ਜਗਿਆਸੂ ਰੂਪੀ ਕਮਲ ਪਦਾਰਥਾਂ ਰੂਪ ਜਲ 'ਚ ਰਹਿੰਦਾ ਹੋਇਆ ਵੀ ਇਹਨਾਂ ਤੋਂ ਨਿਰਲੇਪ ਰਹਿ ਕੇ ਤੁਰੀ ਅਵਸਥਾ ਵਿੱਚ ਖਿੜਦਾ ਹੈ। ਪ੍ਰਭੂ ਆਪ ਹੀ ਤਤ ਬੇਤਾ ਰੂਪ ਹੋ ਕੇ ਪ੍ਰਸੰਨ ਚਿਤ ਹੋ ਕੇ ਜੀਵਨ ਮੁਕਤੀ ਲਈ ਆਪਣੇ ਸਰੂਪ ਨੂੰ ਧਿਆਉਂਦਾ ਹੈ। ਆਪੇ ਵਰਖੈ ਅੰਮ੍ਰਿਤ ਧਾਰਾ। ਆਪ ਹੀ ਗੁਰੂ ਰੂਪ ਬਦਲ ਹੋ ਕੇ ਨਾਮ ਅੰਮ੍ਰਿਤ ਦੀਆਂ ਧਾਰਾਂ ਦੀ ਵਰਖਾ ਕਰਦਾ ਹੈ। ਚਿਮ ਚਿਮ ਵਰਸੈ ਅੰਮ੍ਰਿਤ ਧਾਰ, ਮਨ ਪੀਵੈ ਸੁਨ ਸ਼ਬਦ ਵਿਚਾਰ। ਕੀਰਤਨ ਤੇ ਕਥਾ ਦੀ ਆ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਧਾਰਾ ਹੀ ਵਰਸ ਰਹੀ ਹੈ, ਕਿਉਂਕਿ ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ ਜਿਨ ਪੀਤੀ ਤਿਸ ਮੋਖ ਦੁਆਰ। ਰਤਨ ਜਵੇ ਹਰ ਲਾਲ ਪਾਰਾ। ਜਿਸ ਗੁਰੂ ਵਿੱਚ ਵੈਰਾਗ ਰੂਪੀ ਰਤਨ, ਗਿਆਨ ਰੂਪੀ ਜਵੇਹਰ, ਪ੍ਰੇਮ ਰੂਪੀ ਲਾਲ ਬੇਅੰਤ ਹਨ। ਸਤਿਗੁਰ ਮਿਲੈ ਤਾ ਪੂਰਾ ਪਾਈਐ। ਸਤਿਗੁਰੂ ਸਾਹਿਬ ਜੀ ਮਿਲ ਪਵੇ ਤਾਂ ਪੂਰਨ ਉਪਦੇਸ਼ ਪ੍ਰਾਪਤ ਕਰੀਦਾ ਹੈ। ਪ੍ਰੇਮ ਪਦਾਰਥ ਪਾਈਦਾ। ਉਸ ਉਪਦੇਸ਼ ਕਰਕੇ ਪ੍ਰੇਮ ਰੂਪੀ ਪਦਾਰਥ ਪਾ ਲਈਦਾ ਹੈ। ਪ੍ਰੇਮ ਪਦਾਰਥ ਲਹੈ ਅਮੋਲੋ। ਜੋ ਪੁਰਖ ਪ੍ਰੇਮ ਰੂਪ ਅਮੋਲਕ ਪਦਾਰਥ ਵਸਤੂ ਪ੍ਰਾਪਤ ਕਰ ਲੈਂਦਾ ਹੈ, ਇਸੇ ਪ੍ਰਕਾਰ ਪ੍ਰੇਮ ਪਦਾਰਥ ਲਹੈ ਅਮੋਲੋ। ਪ੍ਰੇਮ ਰੂਪ ਪਦਾਰਥ ਦੁਆਰਾ ਅਮੋਲਕ ਧਰਮ ਅਰਥ ਕਾਮ ਮੋਖ ਪ੍ਰਾਪਤ ਕਰ ਲੈਂਦਾ ਹੈ। ਕਬਹੀ ਨਾ ਘਾਟਸ ਪੂਰਾ ਤੋਲੋ। ਉਸ ਦਾ ਵਿਚਾਰ ਰੂਪੀ ਤੋਲ ਪੂਰਨ ਰਹਿੰਦਾ ਹੈ, ਜੋ ਕਦਾਚਿਤ ਵੀ ਘਟਦਾ ਨਹੀਂ ਹੈ। ਸੱਚੀ ਕਾ ਵਪਾਰੀ ਹੋਵੈ। ਜੋ ਪੁਰਖ ਸੱਚੇ ਨਾਮ ਦਾ ਵਪਾਰੀ ਵਣਜ ਕਰਨ ਵਾਲਾ ਹੁੰਦਾ ਹੈ, ਸੱਚੂ ਸੌਦਾ ਪਾਈਦਾ। ਉਹ ਸੱਚ ਸਰੂਪ ਦੀ ਪ੍ਰਾਪਤੀ ਰੂਪ ਸੌਦਾ ਪ੍ਰਾਪਤ ਕਰ ਲੈਂਦਾ ਹੈ। ਸੱਚਾ ਸੌਦਾ ਵਿਰਲਾ ਕੋ ਪਾਈ। ਸੱਚਾ ਨਾਮ ਰੂਪ ਜਾਂ ਸਰੂਪ ਦੀ ਪ੍ਰਾਪਤੀ ਰੂਪ ਸੌਦਾ ਕੋਈ ਵਿਰਲਾ ਤਦੋਂ ਹੀ ਪ੍ਰਾਪਤ ਕਰਦਾ ਹੈ। ਪੂਰਾ ਸਤਿਗੁਰ ਮਿਲੈ ਮਿਲਾਈ। ਜਦ ਪੂਰਾ ਸਤਿਗੁਰੂ ਸਾਹਿਬ ਜੀ ਵਾਹਿਗੁਰੂ ਦੇ ਮਿਲਾਏ ਹੋਏ ਮਿਲ ਪੈਣ, ਜਿਸ ਨੂੰ ਪੂਰਨ ਸਤਿਗੁਰੂ ਸਾਹਿਬ ਜੀ ਮਿਲਦੇ ਨੇ, ਉਹਨੂੰ ਜੋਤੀ ਸਰੂਪ ਪ੍ਰਭੂ ਦੇ ਮੇਲ ਵਿੱਚ ਮੇਲ ਦਿੰਦੇ ਹਨ। ਗੁਰਮੁਖ ਹੋਵੈ ਸੋ ਹੁਕਮ ਪਛਾਣੈ। ਗੁਰਮੁਖ ਹੋਏ, ਜੋ ਗੁਰਮੁਖ ਜਨ ਹੁੰਦੇ ਨੇ, ਉਹ ਸਤਿਗੁਰਾਂ ਦੇ ਹੁਕਮ ਭਾਣੇ ਨੂੰ ਰਜ਼ਾ ਨੂੰ ਪਹਿਚਾਣਦੇ ਨੇ। ਗੁਰਮੁਖ ਹੋਏ ਸੋ ਹੁਕਮ ਪਛਾਣੈ। ਹੁਕਮ ਕੀ ਹੈ? ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਨਾਮ ਜਪਣ ਦਾ ਹੁਕਮ ਹੈ, ਗੁਰਬਾਣੀ ਦੇ ਨਿਤਨੇਮ ਦਾ ਹੁਕਮ ਹੈ। ਇਹ ਗੁਰਮੁਖ ਜਨ ਹੀ ਸਮਝਦੇ ਨੇ, ਉਹ ਨਾਮ ਜਪਦੇ ਨਿਤਨੇਮ ਕਰਦੇ ਨੇ। ਮੰਨੈ ਹੁਕਮ ਸਮਾਈ ਦਾ। ਫਿਰ ਹੁਕਮ ਨੂੰ ਮੰਨ ਕਰਕੇ ਸੱਚ ਸਰੂਪ ਦੇ ਵਿੱਚ ਅਭੇਦ ਹੋ ਜਾਂਦੇ ਹਨ। ਇੱਥੇ ਨਿਯਤ ਕੀਤਾ ਸਮਾਂ ਸੰਪੂਰਨ ਹੋਇਆ ਹੈ। ਭੁੱਲਾਂ ਚੁੱਕਾਂ ਖਿਮਾ ਕਰਨੀਆਂ ਜੀ, ਅੱਗੇ ਤੋਂ ਸਮਤ ਬਖਸ਼ਣੇ। ਸੱਚਾ ਸੌਦਾ ਵਿਰਲਾ ਕੋ ਪਾਈ। ਪੂਰਾ ਸਤਿਗੁਰ ਮਿਲੈ ਮਿਲਾਏ। ਗੁਰਮੁਖ ਹੋ
ਪਛਾਣੈ ਮਨ ਹੁਕਮ ਸਮਾਈਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੂਰਨ ਬ੍ਰਹਮ ਗਿਆਨੀ ਸੰਤ ਮਹਾਂਪੁਰਖ ਸੰਤ ਬਾਬਾ ਅਜੀਤ ਸਿੰਘ ਸਾਹਿਬ ਜੀ ਹੰਸਾਲੀ ਸਾਹਿਬ ਵਾਲਿਆਂ ਦਾ ਅੱਜ ਜਨਮ ਦਿਹਾੜਾ ਹੈ। ਆਪ ਸਭਨਾ ਪ੍ਰੇਮੀ ਸੰਗਤਾਂ ਨੂੰ, ਜੋ ਮਹਾਂਪੁਰਖਾਂ ਦੇ ਪ੍ਰੇਮੀ ਨੇ, ਉਹਨਾਂ ਨੂੰ ਮਹਾਂਪੁਰਖਾਂ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ। ਅੱਜ ਗੁਰਦੁਆਰਾ ਸਾਹਿਬ ਤੋਂ ਹੰਸਾਲੀ ਸਾਹਿਬ ਉਧਰ ਨੂੰ ਯਾਤਰਾ ਜਾ ਰਹੀ ਹੈ। ਹੁਣੇ ਆ ਬਸ ਪ੍ਰਸ਼ਾਦ ਵਰਤਨ ਤੋਂ ਬਾਅਦ ਜਿੰਨਾ ਜਾਣਾ ਹੋਵੇ ਉਹ ਆਪ ਗੱਡੀਆਂ ਦੇ ਵਿੱਚ ਬੈਠ ਕੇ ਜਾ ਸਕਦੇ ਨੇ। ਉਹ ਗੱਡੀਆਂ ਦੀਆਂ ਸੇਵਾਵਾਂ ਫਰੀ ਹੋਣਗੀਆਂ। ਮਹਾਂਪੁਰਖਾਂ ਦੇ ਜਨਮ ਦੀ ਖੁਸ਼ੀ ਦੇ ਵਿੱਚ ਹੰਸਾਲੀ ਸਾਹਿਬ ਵਿਖੇ ਬਹੁਤ ਬੜੇ ਗੁਰਮਤਿ ਸਮਾਗਮ ਹੋ ਰਹੇ ਨੇ। ਹਾਜ਼ਰੀਆਂ ਭਰ ਕੇ ਉਹਨਾਂ ਮਹਾਂਪੁਰਖਾਂ ਸੰਤਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ